ਸ਼੍ਰੀ ਅਕਾਲ ਭਾਜੀ, ਬਹੁਤ-ਬਹੁਤ ਸਵਾਗਤ ਸਤਿ ਤੁਹਾਡਾ। ਸ਼੍ਰੀ ਅਕਾਲ ਜੀ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਔਰ ਜੋ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਪੰਜਾਬੀ ਬੜੀ ਸੋਹਣੀ ਆ, ਪੰਜਾਬੀ ਬਹੁਤ ਮਿੱਠੀ ਆ ਤੇ ਬੜਾ ਮਜ਼ਾ ਆਉਂਦਾ ਜਦੋਂ ਵੀ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਤੇ ਮੈਨੂੰ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਤੋਂ ਵੀ ਮਜ਼ੇਦਾਰ ਗੱਲ ਇਹ ਹੈ ਕਿ ਤੁਸੀਂ ਸਿਰਫ ਤੇ ਸਿਰਫ ਪੰਜਾਬੀਆਂ ਦੇ ਹੀ ਨਹੀਂ ਬਲਕਿ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਆ ਬਹੁਤ ਸਾਰੀਆਂ ਵੱਖ-ਵੱਖ ਸੰਸਥਾਵਾਂ ਜਾਂ ਵਾਈਡਰ ਕਮਿਊਨਿਟੀ ਦੇ ਵਿੱਚ ਜੀ, ਜਿਹੜਾ ਜੀ। ਸਾਡਾ ਨਾਮ ਪੈਦਾ ਕੀਤਾ ਉਹਦੇ ਲਈ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਹੀ ਆਪਣੇ ਆਪ ਨੂੰ ਅਵੇਲੇਬਲ ਰੱਖਿਆ ਔਰ ਹਮੇਸ਼ਾ ਹੱਸ ਖੇਡ ਕੇ ਆਪਣੇ ਭਾਈਚਾਰੇ ਦੀ ਸੇਵਾ 'ਚ ਪੂਰੇ ਰਾਜ਼ੀ ਖੁਸ਼ੀ ਅੰਦਾਜ਼ ਦੇ ਵਿੱਚ ਖੁਸ਼ਨੁਮਾ ਅੰਦਾਜ਼ ਦੇ ਵਿੱਚ ਆਪਣੀ ਹਾਜ਼ਰੀ ਲਵਾਈ। ਹਾਂਜੀ ਇਸ ਤਰ੍ਹਾਂ ਹੈ ਕਿ ਇਹ ਤਾਂ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਅਗਰ ਕੁਝ ਕਰ ਸਕਨੇ ਆ ਆਪਣੇ ਲੋਕਾਂ ਵਾਸਤੇ ਜੀ ਤੇ ਵੀ ਮਸਟ ਬੀ ਡੂਇੰਗ ਇਟ ਬਹੁਤ ਜ਼ਰੂਰੀ ਹੈਗਾ ਜੀ ਕਿਉਂਕਿ ਆਪਣੇ ਵਾਸਤੇ ਤੇ ਅਸੀਂ ਸਾਰੇ ਜੀਂਦੇ ਆ ਨਾ ਜੀ ਵੈਰੀ ਕਿ ਨਾਈਸ ਅਸੀਂ ਹਰ ਚੀਜ਼ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੀ ਸੇਵਾ ਕਰਨੇ ਆ ਬਹੁਤ ਲੇਕਿਨ ਜਦੋਂ ਕੋਈ ਮੌਕਾ ਮਿਲ ਜਾਂਦਾ ਹੈ ਹੂੰ, ਕਿਸੇ ਦੀ ਹੋਰ ਦੀ ਸੇਵਾ ਦਾ ਤੇ ਉਸ ਤੋਂ ਉਹਦਾ ਜਿਹੜਾ ਮਜ਼ਾ ਹੈਗਾ ਨਾ ਜੀ ਉਸ ਨੂੰ ਹੀ ਪਤਾ ਚੱਲਦਾ ਜਿਹੜਾ ਉਹ ਕਰ ਰਿਹਾ ਹੁੰਦਾ ਕੀ ਬਾਤ ਹੈ। ਜੀ। ਅੱਛਾ ਜੀਤ ਸਰਦੇਵਾ ਜੀ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਬਾਰੇ ਗੱਲਾਂ ਕਰਦੇ ਜੀ। ਜਾਈਏ ਮੈਂ ਸ਼ੁਰੂਆਤ ਹੀ ਇੱਥੋਂ ਕਰਨਾ ਚਾਹੁੰਦਾ ਕਿ ਅ, ਅੱਜ ਦੀ ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਚਾਹਤ ਦੇ ਨਾਲ ਨਿੱਤ ਦਿਨ ਤਰੱਕੀ ਕਰਦੇ ਨੇ ਤਰੱਕੀ ਮੁਬਾਰਕ ਹੋਵੇ ਲੇਕਿਨ ਉਹਦੇ ਵਿੱਚ ਜਿਹੜੀ ਸੋਸ਼ਲ ਸਰਵਿਸ ਦੀ ਜਿਹੜੀ ਭਾਵਨਾ ਜੀ ਉਹ ਉਨੀ ਜ਼ਿਆਦਾ ਨਹੀਂ ਦੇਖੀ ਜਾਂਦੀ ਖਾਸ ਤੌਰ ਤੇ ਜਦੋਂ ਬੰਦਾ ਪ੍ਰਦੇਸ਼ ਚ ਆ ਜਾਂਦਾ ਤੇ ਉਹਦਾ ਬਹੁਤੀ ਵਾਰ ਨਿਸ਼ਾਨਾ ਹੀ ਪੈਸੇ ਕਮਾਉਣਾ ਰਹਿ ਜਾਂਦਾ। ਜੀ ਸੋ ਤੁਸੀਂ ਸੋਸ਼ਲ ਸਰਵਿਸ ਨੂੰ ਹੀ ਆਪਣੀ ਜ਼ਿੰਦਗੀ ਦਾ ਆਧਾਰ ਕਿਉਂ ਬਣਾਇਆ ਕਾਰਨ ਕੀ ਰਿਹਾ ਤੇ ਕਿਹੜੇ ਲੋਕ ਪ੍ਰੇਰਨਾ ਰਹੇ? ਜੀ ਆਈ ਥਿੰਕ ਕੀ ਹੁੰਦਾ ਕਿ ਅਸੀਂ ਸਾਰੇ ਜਿਹੜੇ ਹੈਗੇ ਆ ਜੀ। ਹਰ ਇਨਸਾਨ ਚਾਹੁੰਦਾ ਕਿ ਉਹ ਪ੍ਰੋਸਪਰ ਕਰੇ ਹਰ ਹਮ। ਇਨਸਾਨ ਚਾਹੁੰਦਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਈ ਪ੍ਰੋਸਪਰ ਨਹੀਂ ਕਰਨਾ ਚਾਹੀਦਾ ਜ਼ਰੂਰ ਕਰਨਾ ਚਾਹੀਦਾ ਹੈ ਜੀ ਮੈਂ ਇੱਕ ਬਹੁਤ ਹੀ ਸਕਸੈਸਫੁਲ ਬਿਜ਼ਨਸਮੈਨ ਸੀ Very good. ਬੈਕਗਰਾਉਂਡ ਪਹਿਲਾਂ ਵੀ ਮੇਰਾ ਮੈਂ ਇੰਜੀਨੀਅਰ ਵੀ ਮੈਂ ਸੀ ਉਸ ਤੋਂ ਬਾਅਦ ਜਦੋਂ ਨਿਊਜ਼ੀਲੈਂਡ ਆਇਆ ਆਸਟ੍ਰੇਲੀਆ ਆਇਆ ਜੀ ਤੇ ਆਈ ਡਿਡ ਲੋਟ ਆਫ ਬਿਜ਼ਨਸਿਸ ਜਿਸ ਤਰ੍ਹਾਂ ਕਿ ਹਸਪਿਟੈਲਿਟੀ ਹੋ ਗਿਆ ਟਰੈਵਲ ਹੋ ਗਿਆ ਜੀ ਐਂਡ ਬਹੁਤ ਸਾਰੇ ਚੀਜ਼ਾਂ ਮੈਂ ਕੀਤੀਆਂ ਅੱਛਾ ਜੀ। ਐਂਡ ਹਾਂਜੀ 87 ਤੋਂ ਲੈ ਕੇ 95 ਤੱਕ ਆਈ ਡਿਡ ਲੋਟ ਆਫ So you came in the country in 1887. ਜੀ ਮੈਂ ਹਾਂ। 87 ਮੈਂ ਇੱਥੇ ਆ ਗਿਆ ਥੋੜੇ ਸੀ। ਬੰਦੇ ਸੀ ਉਦੋਂ ਹਾਂਜੀ। ਆਪਣੇ ਦੋਸਤੋ ਮੁਲਕ ਦੇ ਵਿੱਚ 1987 ਚ ਜਦੋਂ ਹਾਂਜੀ, ਭਾਈ ਹਾਂਜੀ, ਹੁਣੀ ਇਸ ਨੂੰ ਆਪਣੀ ਹਾਂਜੀ। ਕਰਮ ਭੂਮੀ ਬਣਾਇਆ। ਜੀ ਜੀ ਬਟ ਇੱਥੇ ਆਉਣ ਤੋਂ ਬਾਅਦ ਫਿਰ ਜਦੋਂ ਮੈਂ ਦੇਖਿਆ ਕਿ ਬਈ ਮੈਂ ਫਾਈਨੈਂਸ਼ਲੀ ਮੈਂ ਫੈਲਾਫ ਹਾਂ ਠੀਕ ਠਾਕ ਹਾਂ ਅੱਛਾ ਜੀ ਮਹਾਰਾਜ ਜੀ ਦੀ ਕਿਰਪਾ ਹੈਗੀ ਕਿ ਮੈਨੂੰ 2 ਵਕਤ ਦੀ ਰੋਟੀ ਤੋਂ ਪਿੱਛੇ ਭਜਣਾ ਨਹੀਂ ਹੈਗਾ ਬਹੁਤ ਤੇ ਮੈਂ ਬੈਠਾ ਇੱਕ ਵਾਰ ਮੈਂ ਆਪਣੇ ਬਾਰੇ ਸੋਚ ਰਿਹਾ ਸੀ ਕਿ ਹਾਂਜੀ ਮੈਂ ਕਰਨਾ ਕੀ ਚਾਹੀਦਾ ਮੈਨੂੰ ਜੀ ਇਜ਼ ਇਟ ਓਨਲੀ ਮੇਰਾ ਇੱਥੇ ਇਸ ਦੁਨੀਆ ਤੇ ਆਉਣ ਦਾ ਇੱਕੋ ਹੀ ਏਮ ਸੀ ਕਿ ਮੈਂ ਹਾਂਜੀ। ਆ ਕੇ ਪੈਸੇ ਕਮਾਣੇ ਅੱਛਾ ਔਰ ਉਹਦਾ ਆਨੰਦ ਲੈਂਦੇ ਰਹਿਣਾ ਹੈ ਤੇ ਜੀ। ਇੱਧਰ ਉੱਧਰ ਘੁੰਮ ਲਿਆ ਖਾ ਪੀ ਲਿਆ ਐਸ਼ ਕਰ ਲਈ ਜੀ ਬਹੁਤ ਕੁਝ ਕਰ ਲਿਆ ਹਾਂਜੀ ਤੇ ਲੇਕਿਨ ਮੈਂ ਕਿਹਾ ਦਿਸ ਇਜ਼ ਨਾਟ ਦਾ ਰਾਈਟ ਥਿੰਗ ਪਤਾ ਨਹੀਂ ਹਾਂਜੀ। ਕਿ ਇੱਕ ਅੰਦਰੋਂ ਹੀ ਐਸੀ ਇੱਕ ਚੀਜ਼ ਜਾਗਰਤ ਹੋਈ ਅੰਦਰੋਂ ਹੀ ਬਹੁਤ ਕਿ ਖੂਬ ਬਈ ਦੈਟ ਯੂ ਸ਼ੁੱਡ ਬੀ ਡੂਇੰਗ ਸਮਥਿੰਗ ਡਿਫਰੈਂਟ ਵੈਰੀ ਗੁੱਡ ਤੇ ਬਸ ਉਹ ਜੋ ਆਵਾਜ਼ ਸੀ ਫਿਰ ਇਹਦੇ ਚ ਰੂਪਾ ਭੈਣ ਜੀ ਦਾ ਬੜਾ ਵੱਡਾ ਹੱਥ ਹੈਗਾ ਕਿਉਂਕਿ ਉਹ ਤੁਹਾਡੇ ਤੋਂ ਮੈਨੂੰ ਛੋਟੇ ਜੀ ਕਿ ਵੱਡੇ ਨੇ? ਬਹੁਤ ਛੋਟੇ ਜੀ ਅੱਛਾ ਹਾਂਜੀ ਹਾਂ ਤੇ ਸੋ ਉਹਨਾਂ ਨੇ ਕਦੋਂ ਜੁਆਇਨ ਕੀਤਾ ਜੀ ਕੰਟਰੀ ਦੇ ਵਿੱਚ? ਨਾ ਆਈ ਥਿੰਕ ਸ਼ੀ ਕੇਮ ਹੇਅਰ ਇਨ 1988 ਜਾਂ 1989 ਦੇ ਵਿਚਕਾਰ ਕਿਸੇ ਵੇਲੇ ਵੀ ਅੱਛਾ ਬਟ ਜੀ ਹਾਂਜੀ ਉਹ ਕਾਫੀ ਬਾਅਦ ਚ ਆਏ ਫਿਰ? ਮਤਲਬ 2 ਸਾਲ ਦਾ ਹੀ ਗੈਪ ਸੀ ਠੀਕ ਹੈ ਜੀ ਹਾਂਜੀ ਤੇ ਲੇਕਿਨ ਕੀ ਹੋਇਆ ਕਿ ਜਦੋਂ ਰੇਡੀਓ ਤਰਾਨਾ ਸ਼ੁਰੂ ਹੋਇਆ ਨਾ ਜੀ 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 ਤੇ ਉਹ ਬਿਕੋਜ਼ ਉਹਨਾਂ ਦਾ ਬੈਕਗ੍ਰਾਉਂਡ ਸੀ ਜਰਨਲਿਜ਼ਮ ਤੇ ਪਬਲਿਕ ਸਪੀਕਿੰਗ ਐਂਡ ਆਲ ਦੋਸ ਥਿੰਗਸ ਉਹ ਅੱਛਾ ਸ਼ੇਰੋ ਸ਼ਾਇਰੀ ਦੇ ਪੱਖ ਹਾਂਜੀ ਤੋਂ ਵੀ ਉਹ ਵੀ ਬੜਾ ਸੀ strong ਉਹਨਾਂ ਤੇ ਉਹ ਪ੍ਰੋਫੈਸਰ ਵੀ ਰਹੇ ਦਾ। ਹਾਂਜੀ ਤੇ ਮਤਲਬ ਇਹ ਨਹੀਂ ਉਹਨਾਂ ਜਦੋਂ ਰੇਡੀਓ ਤਰਾਨਾ ਜੁਆਇਨ ਕੀਤਾ ਜੀ ਤੇ ਉੱਥੇ ਫਿਰ ਮੈਨੂੰ ਜਦੋਂ ਉਹ ਟਾਕਬੈਕ ਸ਼ੋ ਕਰਦੇ ਸਨ ਅੱਛਾ ਜੀ ਤੇ ਉਹ ਜਿਸ ਤਰ੍ਹਾਂ ਹੁੰਦਾ ਸੀ ਬਈ ਕੋਈ ਟੌਪਿਕ ਰੱਖਿਆ ਹਾਂਜੀ ਸਪੈਸ਼ਲੀ ਮਾਈਗ੍ਰੈਂਟਸ ਨੂੰ ਲੈ ਕੇ ਜਾਂ ਹੋਰ ਕਿਸੇ ਨੂੰ ਲੈ ਕੇ ਹਾਂਜੀ ਤੇ ਉਹਨਾਂ ਨੇ ਫਿਰ ਮੈਂ ਵੀ ਐਂਗੇਜ ਹੁੰਦਾ ਸੀ ਉਹਨਾਂ ਨਾਲ ਠੀਕ ਹੈ ਕਿ ਜੀ ਬਈ ਚਲੋ ਸਾਥ ਦੇਣਾ ਚਾਹੀਦਾ ਆਪਣੀ ਭੈਣ ਦਾ ਠੀਕ ਹੈ ਤੇ ਜੀ ਕਿਉਂਕਿ ਜਦੋਂ ਮਤਲਬ ਤੁਸੀਂ ਹੁਣ ਕੋਈ ਟੌਪਿਕ ਚੁਣਦੇ ਹੋ ਤੇ ਜੀ। ਲੋਕ ਸੋਚਣਾ ਸ਼ੁਰੂ ਕਰ ਦੇਣ ਬਈ ਜਾਈਏ ਕਿ ਨਾ ਜਾਈਏ ਤੇ ਬਿਲਕੁਲ ਆਈ ਸਹੀ ਵਾਸ ਅ ਓਪਨਿੰਗ ਬੈਟਸਮੈਨ ਹਾਂ ਨਹੀਂ ਤਾਂ ਬੰਦੇ ਸੋਚਦੇ ਵੀ ਯਾਰ ਕੋਈ ਮੇਰੀ ਆਵਾਜ਼ ਸੁਣੇਗਾ ਹਾਂਜੀ ਮੇਰਾ ਰਿਸ਼ਤੇਦਾਰ ਜਾਂ ਮੇਰਾ ਦੋਸਤ ਜੀ, ਉਹ ਜੀ, ਬਾਅਦ ਚ ਮੈਨੂੰ ਜੀ। ਟੀਜ਼ ਕਰੇਗਾ ਕਿ ਤੈਨੂੰ ਯਾਰ ਇੰਨਾ ਬਲੰਟ ਆਪਣਾ ਵਿਚਾਰ ਨਹੀਂ ਰੱਖਣਾ ਸੀ ਲੇਕਿਨ ਸਮਟਾਈਮ ਯੂ ਹੈਵ ਟੂ ਸਪੀਕ ਅਪ ਜੀ ਆਪਣੇ ਮੁੱਦਿਆਂ ਦੇ ਉੱਤੇ ਚਰਚਾ ਜਿਹੜੀ ਹੈ ਉਹ ਖੁੱਲ ਕੇ ਕਰਨੀ ਬਣਦੀ ਆ ਹਾਂਜੀ। ਹੁਣ ਤਾਂ ਉਹਦੀ ਲੋੜ ਹੋਰ ਵੀ ਵੱਧ ਗਈ। ਹਾਂਜੀ ਕਿਉਂਕਿ ਜਦੋਂ ਫਿਰ ਕੀ ਹੋਇਆ ਕਿ ਜਦੋਂ ਅਸੀਂ ਮਾਈਗ੍ਰੈਂਟਸ ਰਿਲੇਟਡ ਟੌਪਿਕ ਤੇ ਗੱਲ ਕਰਦੇ ਸੀ ਜੀ ਤੇ ਮੇਰਾ ਜਿਹੜਾ ਐਕਸਪੀਰੀਅੰਸ ਰਿਹਾ ਮਾਈਗ੍ਰੈਂਟਸ ਨਾਲ ਜਦੋਂ ਕੰਮ ਵੀ ਕਰ ਰਹੇ ਸੀ ਤੇ ਉਹ ਵੀ ਸੀ ਕਿ ਵੀ ਹਾਂਜੀ। ਜਿਹੜੇ ਇੱਥੇ ਆਉਂਦੇ ਨੇ ਲੋਕ ਦੇ ਆਰ ਵੈਰੀ ਆਈਸੋਲੇਟਡ ਬਿਲਕੁਲ ਉਹਨਾਂ ਨੂੰ ਕੋਈ ਡਾਇਰੈਕਸ਼ਨ ਦੇਣ ਵਾਲਾ ਨਹੀਂ ਕੋਈ ਸਮਝਾਉਣ ਵਾਲਾ ਨਹੀਂ ਵੀ ਦੇਖੋ ਹੁਣ ਕੋਈ ਨਵਾਂ ਬੰਦਾ ਆਉਂਦਾ ਇੱਥੇ ਹਾਂਜੀ ਤੇ ਆ ਕੇ ਉਹਨੂੰ
ਕਿੱਥੋਂ ਮਤਲਬ ਰਹਿਣਾ ਕਿੱਥੇ ਹੈਗਾ, ਹੋਰ ਬੜੇ ਰਿਸੋਰਸਸ ਚਾਹੀਦੇ ਹੁੰਦੇ ਜੀ ਤੁਹਾਨੂੰ, ਲੋਟ ਦੁੱਖ ਸੁੱਖ ਦੇ ਟਾਈਮ ਤੁਹਾਨੂੰ ਸਲਾਹ ਮਸ਼ਵਰਾ ਦੇਣ ਦੇ ਲਈ ਬੰਦੇ ਚਾਹੀਦੇ ਹੁੰਦੇ। ਹਾਂਜੀ ਬਿਲਕੁਲ। ਤੇ ਉਹ ਫਿਰ ਅਸੀਂ ਉਸ ਬਾਰੇ ਟੌਪਿਕਸ ਤੇ ਅਸੀਂ ਗੱਲ ਕਰਦੇ ਹੁੰਦੇ ਸੀ, ਮੈਂ ਔਰ ਮੇਰੇ ਸਿਸਟਰ ਭੈਣ ਜੀ। ਅੱਛਾ ਜੀ। ਤੇ ਜਦੋਂ ਅਸੀਂ ਗੱਲਬਾਤ ਕਰਦੇ ਸੀ ਤੇ ਲੋਕਾਂ ਨੂੰ ਸ਼ਾਇਦ ਲੱਗਿਆ ਹੋਣਾ ਵੀ ਇਹ ਬੰਦਾ ਕੁਝ ਕਹਿ ਰਿਹਾ ਤੇ ਠੀਕ ਹੀ ਕਹਿ ਰਿਹਾ। ਅੱਛਾ ਜੀ। ਹਾਂਜੀ। ਤੇ ਮੈਂ ਜੋ ਫਿਰ ਉਹਨਾਂ ਨੇ ਮੇਰਾ ਨੰਬਰ ਲੈਣਾ ਸ਼ੁਰੂ ਕੀਤਾ ਲੋਕਾਂ ਨੇ। ਠੀਕ ਹੈ। ਜਦੋਂ ਮੈਨੂੰ ਨੰਬਰ ਲੈਣਾ ਸ਼ੁਰੂ ਕੀਤਾ ਤੇ ਮੈਂ ਥੋੜਾ ਰਿਸਪੌਂਡ ਕੀਤਾ ਤੇ ਉਹਨਾਂ ਨੂੰ ਥੋੜੀ ਗਾਈਡੈਂਸ ਦਿੱਤੀ। ਤੇ ਦੇਖਦੇ ਮੇਰਾ ਜਿਹੜਾ ਧਿਆਨ ਸੀ ਨਾ ਸੋਸ਼ਲ ਵਰਕ ਵੱਲ ਚਲਾ ਗਿਆ। ਤੇ ਮੈਂ ਕਿਹਾ ਯਾਰ ਇਹ ਦੋ ਕੰਮ ਤੇ ਇਕੱਠੇ ਹੋ ਹੀ ਨਹੀਂ ਸਕਦੇ, ਜਾਂ ਤੂੰ ਸੋਸ਼ਲ ਵਰਕ ਕਰ ਲੈ, ਕਿਉਂਕਿ ਇਤਨੀ ਕਾਲਸ ਆਉਂਦੀਆਂ ਸਨ ਕਿ ਮੋਸਟ ਆਫ ਦਾ ਮੇਰਾ ਜਿਹੜਾ ਟਾਈਮ ਸੀ ਨਾ ਇਸੀ ਵਿੱਚ ਹੀ ਜਾਂਦਾ ਹੁੰਦਾ ਸੀ। ਅੱਛਾ। ਤੇ ਫਿਰ ਕੀ ਕੀਤਾ ਮੈਂ ਕਿਹਾ ਚੱਲ ਯਾਰ ਰੱਬਾ ਤੂੰ ਨਵਾਜ਼ਿਆ ਤੇ ਹੈ, ਹਰ ਤਰੀਕੇ ਨਾਲ ਨਵਾਜ਼ ਦਿੱਤਾ ਹੈ, ਫਾਈਨੈਂਸ਼ੀਅਲੀ ਕੋਈ ਪ੍ਰੋਬਲਮ ਨਹੀਂ ਹੈਗੀ। ਮੈਂ ਕਿਹਾ ਯਾਰ ਇੱਕ ਕੰਮ ਕਰੋ, ਲੈਟਸ ਗਿਵ ਅਪ the businesses and walk towards a different line। ਤੇ ਉਹ ਫਿਰ ਮੈਂ ਚੂਜ਼ ਕੀਤਾ। ਪਰਿੰਦਰ ਭਾਜੀ ਸਭ ਤੋਂ ਵੱਡੀ ਗੱਲ ਕੀ ਹੈ ਕਿ ਅਸੀਂ ਨਾ we all live by choices। ਇਹ ਸਾਡੇ ਤੇ ਡਿਪੈਂਡ ਕਰਦਾ ਸਾਡੀ ਚੋਇਸ ਕੀ ਹੈ। ਤੇ ਮੇਰੀ ਚੋਇਸ ਐਸੀ ਕਿ I wanted to serve the humanity। ਤੇ ਉਹ ਬਸ ਜੋ ਸ਼ੁਰੂ ਹੋਇਆ ਤੇ ਉਹ ਐਸਾ ਨਸ਼ਾ ਸੀ ਕਿ ਜਿਹੜਾ ਯਾਨੀ ਉਤਰਨ ਨੂੰ ਮੰਗਦਾ ਹੀ ਨਹੀਂ ਸੀ। ਉਹ ਕਹਿੰਦਾ ਯਾਰ ਕੰਟੀਨਿਊ ਦੈਟ। ਪਰ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਨਾ ਤੇ ਉਹਨਾਂ ਦੀ ਜਿਹੜੀ ਬਲੈਸਿੰਗਸ ਤੁਹਾਨੂੰ ਮਿਲਦੀਆਂ ਨਾ ਤੇ ਉਹ that means a lot। ਕਿਉਂਕਿ ਲਵਸ ਬਹੁਤ ਸੋਹਣਾ ਵਰਤਿਆ ਤੁਸੀਂ ਨਸ਼ਾ। ਅਸਲ 'ਚ ਗੋਰੇ ਨੂੰ ਪੈਸ਼ਨ ਕਹਿ ਦਿੰਦੇ ਆ ਜੀ। ਜਦੋਂ ਤੁਸੀਂ ਪ੍ਰੋਫੈਸ਼ਨਲ ਲਾਈਫ ਛੱਡ ਕੇ ਆਪਣੇ ਪੈਸ਼ਨ ਨੂੰ ਫੋਲੋ ਕਰਦੇ ਹੋ ਤੇ ਬਹੁਤੀ ਵਾਰ ਉਹਦੇ ਵਿੱਚ ਜੇਬ 'ਚ ਪੈਸੇ ਬਹੁਤ ਘੱਟ ਹੁੰਦੇ ਜੀ। ਸੋ ਉਹਨਾਂ ਹਾਲਾਤਾਂ 'ਚ ਜਿਹੜਾ ਨੈਟਵਰਕ ਸੀ ਤੁਹਾਡਾ ਜਾਂ ਤੁਹਾਡੇ ਯਾਰ ਦੋਸਤ ਸੀ ਜਾਂ ਕਮਿਊਨਿਟੀ ਨੰਬਰਸ ਵਰ ਗਰੋਇੰਗ ਅਪ ਐਟ ਦੈਟ ਟਾਈਮ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜਿਹੜਾ ਦੌਰ ਸੀ ਉਹ ਥੋੜਾ ਜਿਹਾ ਐਕਸਪਲੇਨ ਕਰੋ, ਕਿਉਂਕਿ ਅਸੀਂ ਜਿਹੜੇ ਲੋਕ ਆ ਅਸੀਂ 2000 ਵਾਲੇ ਗੇਟ ਦੇ ਵਿੱਚ ਆਏ ਆ। ਅਸੀਂ ਉਸ ਵੇਲੇ ਦੀ ਕਮਿਊਨਿਟੀ ਦੀ ਪਿਕਚਰ ਥੋੜੀ ਜਿਹੀ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਜੀ। ਬਸ ਉਹੀ ਹੈ ਕਿ ਦੇਖੋ ਜਦੋਂ ਇਸ ਤਰ੍ਹਾਂ ਤੁਸੀਂ ਕੁਝ ਕੰਮ ਕਰਦੇ ਹੋ, ਕਹਿੰਦੇ ਨਾ ਕਿ ਫਿਰ ਕੁਝ ਤੁਸੀਂ ਅੱਛਾ ਕੰਮ ਕਰਦੇ ਹੋ ਨਾ ਤੇ ਤੁਹਾਨੂੰ ਦੇਖਾ ਦੇਖੀ ਲੋਕ ਤੁਹਾਡੇ ਨਾਲ ਆ ਕੇ ਜੁੜਨਾ ਸ਼ੁਰੂ ਹੋ ਜਾਂਦੇ ਨੇ। ਉਹੀ ਸਾਡੇ ਨਾਲ ਹੋਇਆ। ਕਹਿੰਦੇ ਮੈਂ ਅਕਸਰ ਇੱਕ रूपा बहन जी जिस तरह कोट कर देना कि मैं अकेला ही चला था मंजिले जाने, लोग मिलते गए और काफिला बढ़ता गया। क्या बात है, बहुत सोहनी गल। ਉਹ ਫਿਰ ਮਤਲਬ ਇਸ ਤਰ੍ਹਾਂ ਹੀ ਹੋਇਆ ਕਿ ਮੈਂ ਜਦੋਂ ਮੈਨੂੰ ਕੁਝ ਲੋੜ ਹੁੰਦੀ ਸੀ, ਹੁਣ ਦੇਖੋ ਜਿਸ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਕਿ ਕਿਸੇ ਨੂੰ ਜੌਬ ਦੀ ਲੋੜ ਸੀ ਨਵੇਂ ਮਾਈਗ੍ਰੈਂਟ ਨੂੰ। ਅਸੀਂ ਪਹਿਲੇ ਕੀ ਕਰਦੇ ਸੀ, ਨਵੇਂ ਮਾਈਗ੍ਰੈਂਟ ਔਰ ਪੁਰਾਣੇ ਮਾਈਗ੍ਰੈਂਟ ਜਿਹੜੇ ਇੱਥੇ ਸਨ ਸਾਰਿਆਂ ਨੂੰ ਇਕੱਠਾ ਕਰਕੇ ਅਸੀਂ ਪਿਕਨਿਕ ਤੇ ਲੈ ਜਾਂਦੇ ਸਾਂ। ਅੱਛਾ, ਉੱਥੇ ਨੈਟਵਰਕ ਉਹਨਾਂ ਦਾ ਬਣ ਜਾਂਦਾ। ਹਾਂਜੀ, ਉਹ ਕੀ ਹੁੰਦਾ ਸੀ ਦੇ ਯੂਜ਼ਡ ਟੂ ਕੰਪਲੀਮੈਂਟ ਈਦਰ ਵੀ ਨਵੀਂ ਦੋਸਤੀ ਹੋ ਗਈ, ਜਾਣ ਪਛਾਣ ਹੋ ਗਈ। ਔਰ ਫਿਰ ਉਹਨਾਂ ਨੇ ਮਤਲਬ ਕਿਸੇ ਨੂੰ ਜੌਬ ਚਾਹੀਦਾ ਹੈ, ਕਿਸੇ ਨੂੰ ਘਰ ਮਤਲਬ ਰਹਿਣ ਦੀ ਐਕੋਮੋਡੇਸ਼ਨ ਚਾਹੀਦਾ ਹੈ ਜਾਂ ਹੋਰ ਕੋਈ ਨੌਲੇਜ ਚਾਹੀਦੀ, ਗਾਈਡੈਂਸ ਚਾਹੀਦੀ ਹੈ ਤੇ ਉਹ ਸ਼ੇਅਰ ਕਰਦੇ ਸਨ। ਤੁਹਾਡੇ ਕਾਫਲੇ ਵਿੱਚ ਬਹੁਤ ਖੂਬਸੂਰਤੀ ਨਾਲ ਵਿੱਚ ਵਿਚਾਲੇ ਸਾਥ ਦਿੰਦੀ ਸਾਡੀ ਵੱਡੀ ਭੈਣ ਨਿਮੀ ਬੇਦੀ। ਕਹਿੰਦੇ ਜੀਤ ਜੀ ਥੈਂਕ ਯੂ ਫॉर ਸ਼ੇਅਰਿੰਗ ਯੂਰ ਜਰਨੀ। ਇਟਸ ਅ ਪਲੇਜ਼ਰ ਨਿਮੀ ਭੈਣ ਜੀ, ਤੁਸੀਂ ਤੇ ਇੰਸਪਾਇਰਿੰਗ। ਇਹ 'ਚ ਕੋਈ ਸ਼ੱਕ ਨਹੀਂ ਜੀਤ ਭਾਜੀ। ਅਸੀਂ ਵੀ ਆਲਵੇਜ਼ ਲੁੱਕ ਫਾਰਵਰਡ। ਅਸੀਂ ਹਮੇਸ਼ਾ ਐਡਮਾਇਰ ਕਰਦੇ ਹਾਂ। ਕਈ ਵਾਰੀ ਅਸੀਂ ਨਾ ਵੀ ਮਿਲੀਏ ਆਪਸ ਦੇ ਵਿੱਚ, ਲੇਕਿਨ ਅਸੀਂ ਇਸ ਗੱਲ ਤੋਂ ਬਹੁਤ ਹੌਸਲਾ ਲਈਦਾ ਕਿ ਨਹੀਂ ਯਾਰ, ਸਾਡੇ ਤੋਂ ਪਹਿਲਾਂ ਜਿਹੜੇ ਰਾਹ ਦਸੇਰੇ ਸਾਡੇ ਜਿਹੜੇ ਪੱਥ ਪ੍ਰਦਰਸ਼ਕ ਆ ਉਹਨਾਂ ਦੀ ਬਦੌਲਤ ਅਸੀਂ ਇਸ ਰਾਹ ਦੇ ਉੱਤੇ, ਭਾਵੇਂ ਕਿ ਵਿੱਚ ਉਬੜ ਖਾਬੜ ਰਾਹ ਵੀ ਆਉਂਦਾ। ਨਿਮੀ ਬੇਦੀ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਕਾਰਜ ਕੀਤੇ ਆ। ਜਿੱਦਾਂ ਤੁਸੀਂ ਅਕਸਰ ਕਹਿੰਦੇ ਹੁੰਦੇ, ਮੈਨੂੰ ਯਾਦ ਆ ਪਿਛਲੀਆਂ ਇੰਟਰਵਿਊਜ਼ ਦੇ ਵਿੱਚ ਵੀ ਤੁਸੀਂ ਇਹ ਕਹਿੰਦੇ ਹੁੰਦੇ ਆ ਕਿ ਇਹਦਾ ਸਿਹਰਾ ਇਕੱਲੇ ਜੀਤ ਸਚਦੇਵ ਦੇ ਸਿਰ ਤੇ ਨਹੀਂ, ਇਹ ਸਾਰੇ ਭੈਣ ਭਰਾ ਰਲ ਮਿਲ ਕੇ ਅਸੀਂ ਇਸ ਚੀਜ਼ ਨੂੰ ਅੱਗੇ ਤੋਰ ਰਹੇ ਹਾਂ। ਸੋ ਉਦੋਂ ਦੀ ਜਰਨੀ ਨੂੰ ਜਿਹੜਾ ਤੁਸੀਂ ਕੰਟੀਨਿਊ ਰੱਖੋ ਜੀ। ਹਾਂਜੀ, ਮਤਲਬ ਕੀ ਹੈ ਤੇ ਬਹੁਤ ਹੀ ਇੰਪੋਰਟੈਂਟ ਹੈ ਕਿ ਹੁਣ ਜਿਸ ਤਰ੍ਹਾਂ ਨਿਮੀ ਭੈਣ ਜੀ ਹੈਗੇ ਨੇ, ਉਹ ਮੈਂ ਉਹਨਾਂ ਨੂੰ ਬਹੁਤ ਪਿਆਰ ਵੀ ਕਰਨਾ, ਉਹਨਾਂ ਦਾ ਸਤਿਕਾਰ ਵੀ ਕਰਨਾ ਔਰ ਇੱਜ਼ਤ ਵੀ ਕਰਨਾ, ਬਿਕੋਜ਼ ਰੀਜ਼ਨ ਇਜ਼ ਕਿ ਉਹ ਵੀ ਇੱਕ ਡਿਵੋਟਡ ਕਮਿਊਨਿਟੀ ਸਰਵਿਸ ਦੀ ਤਰ੍ਹਾਂ ਉਹਨਾਂ ਦਾ ਬੜਾ ਧਿਆਨ ਹੈ। ਕੋਈ ਸ਼ੱਕ ਨਹੀਂ। ਹਾਂਜੀ, ਇਸ ਤਰ੍ਹਾਂ ਦੇ ਮਤਲਬ ਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਕੁਝ ਕੰਮ ਕਰਦੇ ਹੋ ਕਿ ਲੋਕ ਤੁਹਾਡੇ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਨੇ। ਮੈਂ ਐਗਜ਼ਾਮਪਲ ਹੋ ਦੇਣਾ, ਕਿਸੇ ਨੂੰ ਜ਼ਰੂਰਤ ਹੁੰਦੀ ਹੈ, ਸਾਡਾ ਇੱਕ ਨੈਟਵਰਕ ਜਿਹਾ ਬਣ ਗਿਆ ਸੀ ਇੰਪਲੋਇਰਸ ਦੇ ਨਾਲ, ਜਿਹੜੇ ਇੰਡੀਅਨ ਇੰਪਲੋਇਰਸ ਹੈਗੇ ਨੇ। ਕਿਸੇ ਨੂੰ ਕੋਈ ਲੋੜ ਹੁੰਦੀ ਸੀ ਨਾ ਜੌਬ ਦੀ ਤੇ ਅਸੀਂ ਉਸ ਮੈਨੂੰ ਦੱਸ ਸਨ ਕਿ ਬਈ ਸਾਡੇ ਇੱਥੇ ਜਗ੍ਹਾ ਹੈਗੀ ਹੈ। ਐਂਡ ਦੈਨ ਵੀ ਟੂ ਸਪਰੈਡ ਦੈਟ ਮੈਸੇਜ ਇਨ ਦਾ ਨੈਟਵਰਕ ਜਿਨ੍ਹਾਂ ਨੂੰ ਲੋੜ ਸੀ। ਦਿਸ ਇਜ਼ ਹਾਊ ਲੋਕਾਂ ਨੇ ਸਾਰੇ ਨੇ ਇਕੱਠੇ ਹੋ ਕੇ ਮਤਲਬ ਇੱਕ ਦੂਸਰੇ ਦੀ ਸਪੋਰਟ ਬਣਨਾ ਸ਼ੁਰੂ ਹੋ ਗਏ ਸਨ। ਵੈਰੀ ਨਾਈਸ। ਤੇ ਦੇਖਦੇ ਫਿਰ ਅਸੀਂ ਸੋਚਿਆ ਯਾਰ ਹੋਰ ਕੀ ਕਰੀਏ ਕਿ ਲੋਕਾਂ ਨੂੰ ਜੋੜੀਏ ਕਿਸ ਤਰ੍ਹਾਂ। ਦੈਨ ਵੀ ਸਟਾਰਟਡ ਡੂਇੰਗ ਦਾ ਇਵੈਂਟ। ਸਭ ਤੋਂ ਪਹਿਲੇ ਹਾਂਜੀ। ਸੋ ਭਾਰਤੀ ਸਮਾਜ ਅਸਲ ਦੇ ਵਿੱਚ ਤੁਸੀਂ ਇਹ ਕਦੋਂ ਫਾਰਮ ਕੀਤਾ, ਇਹਨੂੰ ਫਾਰਮਲੀ ਕਦੋਂ ਇਹ ਹੋਂਦ ਚ ਆਇਆ ਜੀ? ਐਕਚੁਅਲੀ ਫਾਰਮ ਤੇ ਹੋ ਹੀ ਗਿਆ ਸੀ, 95 ਚ ਹੀ ਹੋ ਗਿਆ ਸੀ। ਲੇਕਿਨ ਕੀ ਹੈ ਕਿ ਉਹ ਜਰਨੀ ਜਿਹੜੀ ਇਸ ਤਰ੍ਹਾਂ ਸੀ ਕਿ ਬਈ ਅਸੀਂ ਉਹਨੂੰ
ਫਾਰਮਲ ਕਿਸ ਤਰ੍ਹਾਂ ਕਰੀਏ ਉਹ ਇੱਕ ਥੋੜੀ ਜਿਹੀ ਬਾਅਦ ਤੁਹਾਨੂੰ ਦੱਸਣਾ। ਅੱਛਾ ਅਸੀਂ ਐਕਚੁਅਲੀ ਜਦੋਂ ਰੇਡੀਓ ਤਰਾਨਾ ਦੇ ਨਾਲ ਸਾਡਾ ਹੋ ਗਿਆ ਨਾ ਸੰਬੰਧ ਬਹੁਤ ਗੂੜਾ ਹੋ ਗਿਆ, ਅੱਛਾ ਤੇ ਅਸੀਂ ਕੀ ਹੋਇਆ ਕਿ ਫਿਰ ਅਸੀਂ ਇਵੈਂਟ ਸ਼ੁਰੂ ਕਰਨੇ। ਅੱਛਾ ਜੀ, ਸਭ ਤੋਂ ਪਹਿਲੇ ਅਸੀਂ ਕੀਤਾ ਵਿਸਾਖੀ ਇਨ ਦਾ ਪਾਰਕ। ਵੈਰੀ ਨਾਈਸ। ਇਹ ਜਿਹੜਾ ਹੈ ਨਾ ਮੈਮੋਰੀਅਲ ਜਿਹੜਾ ਹੈ ਨਾ ਹਾਂਜੀ ਆਪਣਾ, ਹਾਂਜੀ ਹਾਂਜੀ ਉੱਥੇ ਮਤਲਬ ਬੜਾ ਵੱਡਾ ਹੈਗਾ, ਗਰਾਊਂਡ ਵਗੈਰਾ ਹੈਗਾ, ਤੁਹਾਨੂੰ ਪਤਾ ਹੀ ਹੈ। ਅੱਛਾ ਤੁਸੀਂ ਪੰਜਾਬੀ ਨਹੀਂ ਸੁਣੀ ਬੋਲਦੇ ਆ, ਮੈਨੂੰ ਪਤਾ ਲੱਗਾ ਹੋਰ ਵੀ ਭਾਸ਼ਾਵਾਂ ਬਹੁਤ ਸੁਣੀਆਂ ਬੋਲਦੇ ਆ ਤੁਸੀਂ। ਮੇਰੇ ਕੋਲ ਮੁੰਬਈ ਦੇ ਜੰਪ ਆ, ਰਾਈਟ? ਹਾਂਜੀ ਹਾਂਜੀ, ਜੰਪਲ ਤੇ ਉੱਥੇ ਤਾਂ ਨਹੀਂ ਆ, ਬਟ ਲੇਕਿਨ ਮੈਨੂੰ 2-4 ਲੈਂਗੁਏਜਾਂ, ਮਤਲਬ ਜਿਸ ਤਰ੍ਹਾਂ ਹਿੰਦੀ ਹੋ ਗਈ ਤੇ ਉਰਦੂ, ਤੇ ਮਤਲਬ ਯਾਨੀ ਕਿ ਹਿੰਦੀ ਔਰ ਉਰਦੂ ਤੇ ਬੇਸਿਕਲੀ ਸੇਮ ਹੀ ਹੈ, ਕੋਈ ਖਾਸ ਫਰਕ ਨਹੀਂ ਹੈਗਾ। ਉਸ ਨਾਲ ਮੈਨੂੰ ਥੋੜੀ ਜਿਹੀ ਬੰਗਾਲੀ ਵੀ ਆਉਂਦੀ ਹੈ, ਥੋੜੀ ਜਿਹੀ ਗੁਜਰਾਤੀ ਵੀ ਆਉਂਦੀ ਹੈ, ਥੋੜੀ ਮਰਾਠੀ ਵੀ ਆਉਂਦੀ ਹੈ। ਮਤਲਬ ਕੀ ਹੈ ਕਿ ਜਦੋਂ ਤੁਸੀਂ ਲੋਕਾਂ ਨਾਲ ਕੰਮ ਕਰਦੇ ਹੋ, ਉਹ ਤੁਹਾਨੂੰ ਨਾ ਵੀ ਆਉਂਦਾ ਹੋਵੇ ਨਾ, ਉਹ ਤੁਹਾਨੂੰ ਸਿਖਾ ਦਿੰਦੇ ਨੇ। ਕੀ ਬਾਤ, ਕੀ ਬਾਤ ਹੈ। ਵੈਸੇ ਵੀ ਮੈਨੂੰ ਲੱਗਦਾ ਹੁੰਦਾ ਇਹ ਤੁਹਾਡਾ ਇੰਡੀਵਿਜੂਅਲ ਐਟੀਟਿਊਡ ਆ, ਤੁਹਾਡਾ ਨਿੱਜੀ ਰਵੱਈਆ ਚੀਜ਼ਾਂ ਨੂੰ ਦੇਖਣ ਦਾ, ਉਹਨਾਂ ਨੂੰ ਪਰਖਣ ਦਾ। ਜੇ ਤੁਸੀਂ ਲੋਕਾਂ ਨੂੰ ਜੱਜ ਕਰਨ ਲੱਗ ਪੈਂਦੇ ਜਾਂ ਉਹਨਾਂ ਨੂੰ ਕਈ ਵਾਰ ਵਿਤਕਰੇ ਵਾਲੀ ਨਜ਼ਰ ਨਾਲ ਦੇਖਣ ਲੱਗ ਪੈਂਦੇ ਕਿ ਨਹੀਂ ਯਾਰ ਮੈਂ ਤਾਂ ਸੁਪਰ ਹਿਊਮਨ ਆ, ਤੇ ਫਿਰ ਸ਼ਾਇਦ ਤੁਸੀਂ ਸਿੱਖਣ ਵਾਲਾ ਜਿਹੜਾ ਅੰਦਾਜ਼ ਆ ਉਹ ਗਵਾ ਦਿੰਦੇ ਆਪਣਾ। ਲੇਕਿਨ ਤੁਸੀਂ ਬਹੁਤ ਖੁੱਲੇ ਜਿਗਰੇ ਨਾਲ ਦੁਨੀਆ ਦੇ ਵਿੱਚ ਵਿਚਰੇ, ਵੱਖ-ਵੱਖ ਕਮਿਊਨਿਟੀਜ਼ ਦੇ ਨਾਲ ਜਿਹੜੀ ਤੁਹਾਡੀ ਕੋਆਰਡੀਨੇਸ਼ਨ ਆ ਉਹ ਬੜੀ ਖੂਬਸੂਰਤ ਰਹੀ। ਸ਼ਾਇਦ ਉਹਦਾ ਹੀ ਇਹ ਸਿੱਟਾ ਨਿਕਲਿਆ ਕਿ ਅੱਜ ਮੇਰੇ ਵਰਗੇ ਵੱਖਰੀ ਪਛਾਣ ਵਰਗੇ ਵਾਲੇ ਜਿਹੜੇ ਨੌਜਵਾਨ ਆ, ਭਾਵੇਂ ਕਿ ਮੇਰੀ ਅਪੀਅਰੈਂਸ ਬਹੁਤ ਵੱਖਰੀ ਆ, ਲੇਕਿਨ ਫਿਰ ਵੀ ਵਾਈਡਰ ਕਮਿਊਨਿਟੀ ਦੇ ਵਿੱਚ ਜੇ ਅੱਜ ਮੇਰੇ ਵਰਗੇ ਲੋਕਾਂ ਨੂੰ ਵੀ ਬਹਿਣ ਦਾ, ਖਲੋਣ ਦਾ ਮੌਕਾ ਮਿਲਿਆ, ਤਾਂ ਸ਼ਾਇਦ ਉਹਦੇ ਵਿੱਚ ਵੱਡਾ ਹੱਥ ਜਿਹੜਾ ਉਹ ਤੁਹਾਡਾ ਨਿਮੀ ਬੇਦੀ ਵਰਗਿਆਂ ਜਾਂ ਰੂਪਾ ਸਚਦੇਵ ਜੀ ਵਰਗੇ ਜਿਹੜੇ ਲੋਕ ਨੇ ਉਹਨਾਂ ਦਾ ਰਿਹਾ। ਜਾਂ ਨਵੇਂਪੁਰ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ, ਤੁਹਾਡੇ ਤੋਂ ਥੋੜੀ ਦੇਰ ਬਾਅਦ ਦਲਜੀਤ ਸਿੰਘ ਹੁਣੀ ਇੱਥੇ ਪਹੁੰਚੇ, ਜਿਨ੍ਹਾਂ ਨੇ ਸਿੱਖਾਂ ਦੇ ਵਿੱਚ ਆਪਣਾ ਇੱਕ ਵੱਖਰਾ ਜਿਹੜੀ ਪਛਾਣ ਦੇ ਨਾਲ ਕੰਮ ਕਾਇਮ ਕੀਤਾ। ਬਾਅਦ ਵਿੱਚ ਕਿੰਨੇ ਲੋਕ ਆਏ, ਜਿਵੇਂ ਤੁਸੀਂ ਕਾਫਲਾ ਵੜਤਾ ਗਿਆ ਦੀ ਗੱਲ ਕੀਤੀ, ਜਿਨ੍ਹਾਂ ਦੇ ਵਿੱਚੋਂ ਮੈਂ 25 ਤੋਂ 30 ਚਿਹਰੇ ਅਕਸਰ ਗੱਲ ਕਰਦਾ ਹੁੰਦਾ ਵੀ ਉਹ ਨਜ਼ਰ ਆ ਰਹੇ ਆ। ਹੁਣ ਜਿਹੜੀ ਚੀਜ਼ ਮੈਂ ਮਹਿਸੂਸ ਕਰਦਾ ਜੀ ਸਚਦੇਵ ਜੀ, ਅਸੀਂ ਤੁਹਾਡੇ ਅਵਾਰਡ ਦੀ ਵੀ ਗੱਲ ਕਰਾਂਗੇ। ਵੈਸੇ ਤੁਸੀਂ ਅਵਾਰਡ ਦੀ ਫੋਟੋ ਸਾਹਮਣੇ ਦੇਖ ਰਹੇ ਹੋ, ਇਹ ਭਾਜੀ ਨੂੰ ਅਵਾਰਡ ਜਿਹੜਾ ਇਹ ਮਿਲਿਆ ਲਾਈਫ ਟਾਈਮ ਅਚੀਵਮੈਂਟ ਅਵਾਰਡ, ਮਿਸਟਰ ਜੀ ਸਚਦੇਵ QSM ਜਿਹੜਾ ਇਹਨਾਂ ਨੂੰ, ਤੇ JP ਇਹਨਾਂ ਦੇ ਲਕਬ ਨੇ। ਹਿੰਦੀ ਉਰਦੂ ਜਾਂ ਉਰਦੂ ਹਿੰਦੀ ਜਿਹੜਾ ਉਰਦੂ ਹਿੰਦੀ ਕਲਚਰਲ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਇਨਕੋਰਪੋਰੇਟਡ। ਬੀਤੇ ਦਿਨੀ ਇਹ ਜਿਹੜਾ ਅਵਾਰਡ ਆ ਇਹ ਭਾਜੀ ਨੂੰ ਮਿਲਿਆ। ਭਾਜੀ ਇਸ ਅਵਾਰਡ ਦੇ ਬਾਰੇ ਜਾਣਕਾਰੀ ਪਹਿਲਾਂ ਦਿਓ ਵੀ ਇਹ ਅਵਾਰਡ ਜਿਹੜਾ ਇਹ ਤੁਹਾਡੇ ਜਿਹੜੇ ਮਿੱਤਰ ਪਿਆਰਿਆਂ ਨੇ ਤੁਹਾਨੂੰ ਉਸ ਦਿਨ ਸਨਮਾਨਿਤ ਕੀਤਾ। ਬਹੁਤ ਸੋਹਣੀ ਬਜ਼ਮ ਸਜੀ ਹੋਈ ਸੀ, ਔਰ ਬੜੇ ਸਫਿਸਟੀਕੇਟਡ ਲੋਕ, ਜਿਹੜੇ ਬੜੇ ਨਾਜ਼ੁਕ ਲੋਕ, ਜਿਹੜੇ ਸੰਵੇਦਨਸ਼ੀਲ ਜਿਹੜੀ ਆਡੀਅנס ਸੀ ਉਹ ਉੱਥੇ ਬੈਠੀ ਸੀ। ਤੇ ਮੈਨੂੰ ਲੱਗਦਾ ਵੀ ਇਹ ਚੀਜ਼ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ ਜਦੋਂ ਤੁਸੀਂ ਇੰਨੇ ਸੁਹਿਰਦ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੇ ਅਵਾਰਡ ਹਾਸਲ ਕਰਦੇ ਹੋ। ਸੋ ਇਹਦੇ ਬਾਰੇ ਜ਼ਰੂਰ ਦੱਸੋ। ਜੀ ਮੈਂ ਜ਼ਰੂਰ ਦੱਸਾਂਗਾ। ਪਹਿਲੇ ਮੈਂ ਉਸ ਤੋਂ ਪਹਿਲੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਦੇਖੋ ਕਿ ਨਾ ਅਸੀਂ ਜਦੋਂ 2% ਮਿਲਦੇ ਨੇ, ਕੋਈ ਵੀ 2% ਮਿਲਦੇ ਨੇ, ਤੇ ਅਗਰ ਅਸੀਂ ਉਹਨਾਂ ਦੇ ਅੰਦਰ ਕਮੀਆਂ ਢੂੰਡਣ ਲੱਗਾਂਗੇ ਨਾ ਤੇ ਬਹੁਤ ਹੈਗੀਆਂ। ਲੇਕਿਨ ਮੈਂ ਇਹ ਗੱਲ ਵੀ ਕਹਿਣਾ ਚਾਹਾਂਗਾ ਕਿ ਦੂਸਰੇ ਦੀ ਅਸੀਂ ਕਮੀਆਂ ਤੇ ਜ਼ਰੂਰ ਦੇਖ ਸਕਦੇ ਹਾਂ, ਲੇਕਿਨ ਪਹਿਲੇ ਸ਼ੀਸ਼ੇ ਅੰਦਰ ਆਪਣੇ ਅੰਦਰ ਵੀ ਝਾਤੀ ਮਾਰ ਕੇ ਦੇਖਣੀ ਬੜੀ ਜ਼ਰੂਰੀ ਹੈ। ਮਹਾਰਾਜ ਨੇ ਲਿਖਿਆ ਜੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਤੇ ਕਹਿੰਦੇ ਨਾ ਇਸ ਤਰ੍ਹਾਂ ਇਹ ਤੇ ਸਾਡੇ ਆਪਣੇ ਗੁਰਬਾਣੀ ਚ ਬਹੁਤ ਸਾਰੀ ਮਹਾਰਾਜ ਜੀ ਨੇ ਚੀਜ਼ਾਂ ਬੜੀ ਪਿਆਰੀਆਂ ਲਿਖੀਆਂ ਜਿਹੜੀ ਕਿ ਸਾਡੇ ਤੁਹਾਨੂੰ ਮਿਲਿਆ ਕਦੇ ਨਹੀਂ ਜੀ। ਕ੍ਰਾਈਸਟਚਰਚ ਤੋਂ ਆ ਹਰਵਿੰਦਰ ਮਹਿਰੂਕ ਜੀ ਇਹਦਾ ਸੰਬੰਧ ਉੱਤਰਾਖੰਡ ਤੋਂ ਆ ਜੀਤ ਭਾਜੀ। ਇਹ ਕਦੇ ਪ੍ਰਾਊਡ ਮੂਮੈਂਟ ਫॉर ਐਂਟਾਇਰ ਕਮਿਊਨਿਟੀ। ਸੋ ਮੈਨੂੰ ਲੱਗਦਾ ਇਹ ਜਿਹੜੀ ਯੰਗ ਬਲੱਡ ਸਾਡਾ, ਜਿਹੜੇ ਨੌਜਵਾਨ ਇਸ ਮੁਲਕ ਦੇ ਵਿੱਚ ਆ ਰਹੇ ਜੀ ਬਿਹਤਰ ਭਵਿੱਖ ਦੀ ਤਲਾਸ਼ ਦੇ ਵਿੱਚ, ਉਹ ਕਿਤੇ ਨਾ ਕਿਤੋਂ ਹੌਸਲਾ ਅਫਜ਼ਾਈ ਜਿਹੜੀ ਆ ਉਹ ਲੈਂਦੇ ਆ ਤੁਹਾਡੀ ਜ਼ਿੰਦਗੀ ਤੋਂ। ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਅਵਾਰਡ ਅਸਲ ਦੇ ਵਿੱਚ ਸਿਰਫ ਇੱਕ ਟਰੋਫੀ ਜਾਂ ਅਵਾਰਡ ਦੀ ਕੋਈ ਸੈਰਾਮਨੀ ਹੀ ਕਾਫੀ ਨਹੀਂ ਹੁੰਦੀ। ਅਸਲ ਜਿਹੜਾ ਲੋਕਾਂ ਦਾ ਪਿਆਰ ਸਤਿਕਾਰ ਆ, ਮੇਰੇ ਕੋਲ ਉਹੀ ਸਭ ਤੋਂ ਵੱਡਾ ਅਵਾਰਡ ਹੈ। ਆਈ ਥਿੰਕ ਮੈਨੂੰ ਜਦੋਂ ਅਵਾਰਡ ਦੀ ਗੱਲ ਹੁੰਦੀ ਹੈ ਤੇ ਮੈਂ ਤੁਹਾਨੂੰ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਮੈਨੂੰ ਜਿਹੜੇ ਅਵਾਰਡ ਨਾ ਐਵਰੀ ਮੂਮੈਂਟ ਤੇ ਮਿਲਦੇ ਨੇ। ਕੀ ਬਾਤ ਆ। ਉਹ ਕਿਸ ਤਰ੍ਹਾਂ ਮਿਲਦੇ ਨੇ ਮੈਂ ਉਹੀ ਤੁਹਾਨੂੰ ਦੱਸੇ ਨਾ। ਜਦੋਂ ਕਹਿੰਦੇ ਨਾ, ਵੈਸੇ 2 ਲਾਈਨਾਂ ਕਿਸੇ ਨੇ ਲਿਖੀਆਂ, ਮਰਹਮ ਬਨ ਕੇ ਲਗ ਜਾ ਦੁਖੀ ਕੇ ਜ਼ਖਮੋਂ ਪਰ, ਮਰਹਮ ਬਨ ਕੇ ਲਗ ਜਾ ਦੁਖੀ ਕੇ ਜ਼ਖਮੋਂ ਪਰ, ਜ਼ਖਮੋਂ ਵਾਲਾ ਦੇ ਦੁਆएं ਮਰਹਮ ਬਣਾਉਣੇ ਵਾਲੇ। ਓਏ ਹੋਏ ਹੋਏ, ਕੀ ਬਾਤ ਆ, ਕੀ ਬਾਤ ਆ। ਇਹ ਕੀ ਹੁੰਦਾ ਜਦੋਂ ਤੁਸੀਂ ਤੁਹਾਡੇ ਸਾਹਮਣੇ ਕੋਈ ਇੱਕ ਪਰਸਨ ਆ ਕੇ ਖੜਾ ਹੁੰਦਾ ਹੈ, ਉਹ ਆਪਣੀ ਜ਼ਰੂਰਤ ਤੁਹਾਡੇ ਸਾਹਮਣੇ ਰੱਖਦਾ ਹੈ, ਆਪਣੀ ਨੀਡ ਤੁਹਾਡੇ ਸਾਹਮਣੇ ਰੱਖਦਾ ਹੈ ਜੀ, ਤੇ ਤੁਸੀਂ ਅਗਰ ਉਹ ਕਰ ਸਕਦੇ ਹੋ, ਜੇ ਸਮਰੱਥਾ ਹੈ, ਜੇ ਤੁਸੀਂ ਕਰ ਸਕਦੇ ਹੋ ਤੇ ਤੁਸੀਂ ਉਹ ਕਰਦੇ ਹੋ, ਤੇ ਉਹ ਤੁਹਾਡਾ ਰਿਵਾਰਡ ਕੀ ਹੈ ਕਿ ਉਹਨਾਂ ਦਾ ਜਿਹੜਾ ਉਹਨਾਂ ਨੂੰ ਜੋ ਉਹਨਾਂ ਦੀ ਜੋ ਉਹ ਹਾਸਿਲ ਕਰਦੇ ਨੇ ਤੁਹਾਡੀ ਸਰਵਿਸ ਦੇ ਰਾਹੀਂ, ਤੇ ਉਹ ਦੈਟ ਮੇਕਸ ਯੂ ਫੀਲ ਗ੍ਰੇਟ। ਮੈਂ ਇਸ ਤੋਂ ਵੀ ਇੱਕ ਕਦਮ ਅੱਗੇ ਕਹਿਣਾ ਚਾਹੂੰਗਾ ਤੁਹਾਡੀ ਇਜਾਜ਼ਤ ਦੇ ਨਾਲ, ਵੀ ਜਿਹੜੀ ਮਦਦ ਤੁਸੀਂ ਉਸ ਵੇਲੇ ਆਪਣੀ ਸਮਰੱਥਾ ਮੁਤਾਬਕ ਕੀਤੀ, ਕੁਦਰਤ ਨੇ ਜੋ ਤੁਹਾਨੂੰ ਬਖਸ਼ਿਆ, ਮੈਂ ਸੋਚਦਾ ਵੀ ਹੋ ਸਕਦਾ ਉਹ ਵੀ ਉਸ ਤੋਂ ਸੇਧ ਲੈਂਦਿਆਂ ਦੁੱਗਣੀ ਸਮਰੱਥਾ ਦੇ ਨਾਲ ਅੱਗੋਂ 2 ਬੰਦਿਆਂ ਦੀ 4 ਬੰਦਿਆਂ ਦੀ ਮਦਦ ਕਰਨ ਦੇ ਵਿੱਚ ਸਮਰੱਥ ਹੋ ਜਾਏ।
ਜੀ ਜੀ ਜੇ ਪ੍ਰਮਾਤਮਾ ਨੇ ਉਹਨੂੰ ਉਹ ਮਾਦਾ ਦਿੱਤਾ। ਹਾਂਜੀ, ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਜਦੋਂ ਤੁਹਾਡੇ ਸਾਹਮਣੇ ਕੋਈ ਆ ਕੇ ਖੜਾ ਹੁੰਦਾ ਹੈ ਇੱਕ ਆਪਣੀ ਜ਼ਰੂਰਤ ਲੈ ਕੇ, ਬਿਲਕੁਲ ਤੇ ਉਸ ਦੇ ਵਾਸਤੇ ਤੁਸੀਂ ਬਹੁਤ ਹੀ ਇੰਪੋਰਟੈਂਟ ਪਰਸਨ ਹੋ ਜਾਂਦੇ ਹੋ। ਬਿਲਕੁਲ ਔਰ ਜਦੋਂ ਉਹਨਾਂ ਨੂੰ ਇਹ ਪਤਾ ਚੱਲਦਾ ਕਿ ਤੁਹਾਡੀ ਜਿਹੜੀ ਸੇਵਾ ਹੈਗੀ ਉਹ ਸੈਲਫਲੈਸ ਹੈ, ਹਾਂਜੀ ਇਹਦੇ ਵਿੱਚ ਕੋਈ ਚਾਰਜ ਨਹੀਂ ਹੈਗਾ, ਤੇ ਜੀ ਦੈਨ ਦੇ ਵਿਲ ਉਹਨਾਂ ਨੂੰ ਤੁਸੀਂ ਉਹ ਸੇਵਾ ਦੇ ਦਿੰਦੇ ਹੋ। ਵੈਰੀ ਤੇ ਨਾਈਸ ਉਹ ਤੁਹਾਨੂੰ ਦੇਖੋ ਕੰਮ ਵਾਸਤੇ ਤੇ ਅਸੀਂ ਅਗਰ ਕੰਮ ਕਰਨਾ ਸ਼ੁਰੂ ਕਰੀਏ ਹਾਂਜੀ ਤੇ ਐਵਰੀ ਆਵਰ ਇਸ ਤੁਸੀਂ ਉਹਨੂੰ ਡਾਲਰ ਦੇ ਨਾਲ ਮੈਚ ਕਾਊਂਟੇਬਲ ਲਾ ਕਰਦੇ ਕੇ ਹੋ, ਲਾਓ ਜੀ। ਲੇਕਿਨ ਜਦੋਂ ਤੁਸੀਂ ਮੇਰੀ ਹੁਨਰ ਦੀ ਕੀਮਤ ਆ ਹਾਂਜੀ ਉਹ ਤੇ ਮਤਲਬ ਸੱਚਾ ਪਾਤਸ਼ਾਹ ਹੀ ਦੇ ਸਕਦਾ ਤੁਹਾਡੀ ਕੀਮਤ, ਜੀ ਪਰ ਲੇਕਿਨ ਕੀ ਹੈ ਕਿ ਜੇ ਇੱਥੇ ਵਰਲਡਲੀ ਅਗਰ ਡਾਲਰ ਵੈਲਿਊ ਨੂੰ ਅਸੀਂ ਦੇਖੀ ਜੀ। ਮੈਚ ਕਰਨ ਦੀ ਕੋਸ਼ਿਸ਼ ਕਰਦੇ ਨੇ ਲੋਕ, ਹਾਂਜੀ ਅੱਜ ਦੀ ਡੇਟ ਵਿੱਚ ਬੜੀ ਇੰਪੋਰਟੈਂਟ ਹੈ। ਮੈਨੂੰ ਇਹ ਗੱਲ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਜੀਤ ਭਾਜੀ ਕਿ ਇਹਨਾਂ ਮੁਲਕਾਂ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ, ਜੇ ਸਿੱਧੇ ਸਿੱਧੀ ਭਾਸ਼ਾ 'ਚ ਕਹੀਏ, ਇੱਥੇ ਸਮੇਂ ਦੀ ਕੀਮਤ ਜਿਹੜੀ ਆ ਸਮਝ ਲਓ ਪੈਸਾ ਆ। ਜੀ ਜੀ ਤੂੰ ਸਮਾਂ ਦੇਣਾ ਤੇ ਸਮੇਂ ਦੇ ਨਾਲ ਆਪਣਾ ਹੁਨਰ ਦੇਣਾ, ਜੀ ਜੀ ਆਪਣੀ ਨੈਟਵਰਕਿੰਗ ਦੇ ਵਿੱਚੋਂ ਜੀ ਜੀ ਆਪਣੇ ਲਈ ਨਹੀਂ ਕੁਝ ਵੀ ਮੰਗਣਾ, ਅਗਲੇ ਲਈ ਮੰਗਣਾ। ਜੀ ਜੀ ਇਹਦੇ ਲਈ ਬਹੁਤ ਵੱਡੀ ਦਲੇਰੀ ਚਾਹੀਦੀ ਹੈ। ਉਹੀ ਕਹਿੰਦੇ ਨੇ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਆਹਾ ਤੇ ਇਹ ਜਿਹੜੀ ਚੀਜ਼ ਹੈ ਨਾ, ਜਦੋਂ ਤੁਸੀਂ ਇਸ ਤਰ੍ਹਾਂ ਦਾ ਐਟੀਟਿਊਡ ਰੱਖਦੇ ਹੋ, ਜਦੋਂ ਤੁਸੀਂ ਸੈਲਫਲੈਸ ਸੇਵਾ ਕਰਨ ਦੀ ਭਾਵਨਾ ਰੱਖਦੇ ਹੋ, ਜੀ ਠੀਕ ਹੈ ਪੈਸੇ ਦੀ ਲੋੜ ਕਿਹਨੂੰ ਨਹੀਂ ਹੈਗੀ। ਬਿਲਕੁਲ ਹਰ ਇਨਸਾਨ ਦੀ ਨਾ ਸਿਚੁਏਸ਼ਨ ਅਲੱਗ ਹੁੰਦੀ ਹੈ। ਜੀ ਅਗਰ ਮੈਂ ਅੱਜ ਦੇ ਨੌਜਵਾਨਾਂ ਦੀ ਜਗ੍ਹਾ ਹੁੰਦਾ, ਹਾਂਜੀ ਉਹਨਾਂ ਦੇ ਸ਼ੋਜ਼ 'ਚ ਹੁੰਦਾ, ਤੇ ਬਿਲਕੁਲ ਮੇਰੀ ਸਹੀ। ਵੀ ਨੀਡ ਸੀ ਕਿ ਮੈਂ ਵੀ ਜਾਂਦਾ ਵੀ ਕਿਧਰੇ ਕਮਾਉਂਦਾ, ਤੇ ਜਦ ਤੱਕ ਮੇਰੇ ਕੋਲ ਪੈਸੇ ਨਾ ਆਉਂਦੇ ਤਾਂ ਮੈਂ ਕਿਸੇ ਦਾ ਕੁਛ ਨਾ ਕਰਦਾ। ਲੇਕਿਨ ਆਈ ਚੋਜ਼ਨ ਇਟ ਕਿ ਬਈ ਹਾਂਜੀ ਇਸ ਤਰ੍ਹਾਂ ਮੈਂ ਸਿਰਫ ਮੈਂ ਇਕੱਲਾ ਹੀ ਨਹੀਂ ਹਾਂ, ਤੁਸੀਂ ਵੀ ਹੈਗੇ ਹੋ, ਮੈਂ ਨਵਤੇਜ ਜੀ ਹੈਗੇ, देयर आर सो मेनी ਪੀਪਲ ਅਰਾਊਂਡ ਦ ਜੀ ਕਮਿਊਨਿਟੀ ਜੀ ਜਿਹੜੇ ਕਿ ਵੱਖ-ਵੱਖ ਸਾਡੇ ਜਿਹੜੇ ਹਾਂਜੀ ਸੰਸਥਾਵਾਂ ਆ, ਹਾਂਜੀ ਉਹ ਜੀ ਤੁਸੀਂ ਇੱਕ ਸੰਸਥਾ ਦੇ ਨਾਲ ਜਿਹਦੇ 'ਚ ਜੁੜੇ ਹੋਏ ਹੋ, ਜੀ ਜਿਹਨੇ ਜੀ ਸਮੁੱਚੇ ਤੌਰ ਤੇ ਸਾਂਝੇ ਤੌਰ ਦੇ ਉੱਤੇ ਹਾਂਜੀ ਮਾਈਗ੍ਰੈਂਟਸ ਦੇ ਵਾਸਤੇ ਬਹੁਤ ਹਾਂਜੀ ਘਾਲਣਾ ਘਾਲੀ ਆ, ਔਰ ਹਾਂਜੀ ਅੱਗੋਂ ਵੀ ਘਾਲਣੀ ਪੈਣੀ ਆ। ਹਾਂਜੀ ਚੁਣੌਤੀਆਂ ਜਿਹੜੀਆਂ ਬਰਕਰਾਰ ਨੇ, ਸਾਡੇ ਜਿਹੜੇ ਭੈਣਾਂ ਭਰਾ ਓਵਰਸਟੇਜ਼ ਨੇ, ਸਾਡੇ ਭੈਣਾਂ ਭਰਾ ਜਿਹੜੇ ਆਫਸ਼ੋਰ ਸਟਕ ਵਿਦ ਐਕਸਪਾਇਰਡ ਵੀਜ਼ਾ, ਸਟਕ ਇਨ ਇੰਡੀਆ ਔਰ ਅਦਰ ਕੰਟਰੀਜ਼, ਜੀ ਉਹਨਾਂ ਦੇ ਲਈ ਬਹੁਤ ਕੁਝ ਕਰਨਾ ਬਾਕੀ ਹੈ। ਚੁਣੌਤੀਆਂ ਮੁੱਕਦੀਆਂ ਨਹੀਂ ਜੀ, ਲੇਕਿਨ ਇੱਕ ਬੰਦਾ ਤਗੜਾ ਹੋ ਕੇ ਡਟਿਆ ਰਹੇ। ਆਈ ਥਿੰਕ ਇਹ ਹੀ ਹੁੰਦਾ ਨਾ ਕਿ ਤੁਸੀਂ ਦੇਖੋ ਜਦੋਂ ਤੁਸੀਂ ਇੱਕ ਥੰਮ ਬਣ ਕੇ ਖੜੇ ਹੋ ਜਾਂਦੇ ਹੋ, ਹਾਂਜੀ ਤੇ ਤੁਹਾਡੇ ਵਾਸਤੇ ਬਹੁਤ ਰਸਤੇ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਹਾਂ, ਹਾਂ, ਅੱਜ ਦੀ ਡੇਟ 'ਚ ਮੈਂ ਤੁਹਾਨੂੰ ਦੱਸਣਾ ਜੀ ਕਿ ਅਗਰ ਮੈਨੂੰ ਕੋਈ ਇੰਡੀਅਨ ਹਾਈ ਕਮਿਸ਼ਨ ਦਾ ਕੁਝ ਜ਼ਰੂਰਤ ਹੁੰਦੀ ਹੈ, ਹਾਂਜੀ ਤੇ ਪੂਰਾ ਉਹਨਾਂ ਦਾ ਆਫਿਸ ਜਿਹੜਾ ਨਾ ਸਾਨੂੰ ਸਪੋਰਟ ਕਰਦਾ, ਕਿਉਂਕਿ ਉਹਨਾਂ ਨੂੰ ਜੋ ਜ਼ਰੂਰਤ ਹੁੰਦੀ ਹੈ ਤੇ ਭਾਰਤੀ ਸਮਾਜ ਹੋ ਗਿਆ ਜਾਂ ਮੈਨੂੰ ਜੋ ਹੁੰਦੇ ਜਾਂ ਹੋਰ ਕਿਸੇ ਨੂੰ ਵੀ ਕਹਿੰਦੇ ਨੇ, ਤੇ ਉਹ ਹਾਂਜੀ ਕਰਨ ਨੂੰ ਤਿਆਰ ਹੋ ਜਾਂਦੇ ਨੇ। ਤੇ ਇਸੇ ਤਰੀਕੇ ਸਿਰ ਆਪਣੇ ਭਵਤੀਲਨ ਜੀ ਹੈਗੇ ਨੇ, ਉਹ ਵੀ ਮਤਲਬ ਸਾਥ ਹਾਂਜੀ ਦਿੰਦੇ ਨੇ। ਇਸ ਤਰ੍ਹਾਂ ਵਿੰਸ ਹੈ ਉੱਥੇ। ਅੱਜ ਦੀ ਡੇਟ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਅਗਰ ਮੈਂ ਜਾ ਕੇ ਕਹਾਂ ਕਿ ਇਸ ਬੰਦੇ ਨੂੰ ਇਹ ਨੀਡ ਹੈਗੀ ਹੈ ਸਿਚੁਏਸ਼ਨ 'ਚ, ਜੈਨੂਇਨਲੀ ਉਸ ਚੀਜ਼ ਤੇ ਦਾ acknowledge ਕਰਦੇ। ਉਹ ਸਪੋਰਟ ਕਰਦੇ ਨੇ। ਉਹ ਕਹਿੰਦੇ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਜੀਤ ਇਜ਼ ਨਾਟ ਆਸਕਿੰਗ ਫॉर ਹਿਮਸੈਲਫ, ਇਜ਼ ਕਿਸੇ ਆਸਕਿੰਗ ਫॉर ਸਮਵਨ। Very ਔਰ nice. ਉਹ ਅਗਰ ਜੀਤ ਕਹਿ ਰਿਹਾ ਕਿ ਇਹ ਬੰਦਾ ਮਜਬੂਰ ਹੈਗਾ, ਉਸਦੀ ਹਾਂਜੀ ਹੈਲਪ ਕਰਨੀ ਹੈ, ਤੇ ਦੇ ਡੋਂਟ ਸੇ ਨੋ ਟੂ ਇਟ ਵੈਰੀ ਨਾਈਸ, ਐਂਡ ਦੇ ਡੂ ਇਟ। ਬਿਲਕੁਲ ਹਾਂਜੀ ਸਹੀ, ਬਿਲਕੁਲ ਸਹੀ। ਅੱਛਾ, ਜਦੋਂ ਗੱਲਾਂ ਚੱਲਦੀਆਂ ਜੀਤ ਭਾਜੀ, ਹੁਣ ਸਾਡੇ ਨੰਬਰਸ ਜਿਹੜੇ ਆ ਉਹ ਭਾਵੇਂ ਕਿ ਪਹਿਲਾਂ ਨਾਲੋਂ ਕਾਫੀ ਵੱਧ ਗਏ, ਜੀ ਲੇਕਿਨ ਮੈਂ ਹਾਲੇ ਵੀ ਇਸ ਚੀਜ਼ ਨੂੰ ਮਹਿਸੂਸ ਕਰਦਾ ਵੀ ਉਹਦੀ ਰੇਸ਼ੋ ਦੇ ਵਿੱਚ ਜਿਹੜੀ ਸਾਡੀ ਪੋਲੀਟੀਕਲ ਸ਼ੇਅਰਿੰਗ ਆ, ਚਾਹੇ ਉਹ ਲੋਕਲ ਕੌਂਸਲ ਦੇ ਤੌਰ ਤੇ ਦੇਖਾਂ ਜਾਂ ਪਾਰਲੀਮੈਂਟ ਦੇ ਵਿੱਚ ਦੇਖਾਂ, ਮੈਨੂੰ ਟੋਕ ਦਿਓ ਜੇ ਮੈਂ ਗਲਤ ਹਾਂ, ਜਾਂ ਰਿਸੋਰਸਿਸ ਦੇ ਹਿਸਾਬ ਨਾਲ ਦੇਖਾਂ, ਤਾਂ ਉਹ ਵੰਡ ਜਿਹੜੀ ਅਸਾਵੀਂ ਆ, ਉਹ ਵੰਡ ਉਨੀ ਖੂਬਸੂਰਤ ਹੈ ਨਹੀਂ ਜਿੰਨੀ ਖੂਬਸੂਰਤ ਵੰਡ ਨਿਊਜ਼ੀਲੈਂਡ ਵਰਗੇ ਕਾਮਨਵੈਲਥ ਕੰਟਰੀ 'ਚ ਹੋਣੀ ਚਾਹੀਦੀ ਸੀ। ਉਹਦੇ ਲਈ ਸਾਡੀ ਜਿਹੜੀ ਸਟਰਗਲ ਆ ਉਹ ਕਿਵੇਂ ਹੋਵੇ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਤਵੱਜੋ ਕਰੀਏ ਕਿ ਜਿਹਦੇ ਨਾਲ ਇਹ ਸਾਰੀਆਂ ਜਿਹੜੀਆਂ ਸਾਡੀ ਵਸੋਂ ਦੇ ਹਿਸਾਬ ਨਾਲ, ਸਾਡੇ ਹੁਨਰ ਦੇ ਹਿਸਾਬ ਨਾਲ, ਸਾਡੇ ਬੱਚਿਆਂ ਦੀ ਹੁਸ਼ਿਆਰੀ ਦੇ ਹਿਸਾਬ ਦੇ ਨਾਲ ਉਹ ਰਿਸੋਰਸਿਸ ਜਿਹੜੇ ਆ ਉਹ ਸਾਡੇ ਹੱਥ ਆ ਸਕਣ। ਕੀ ਅਜਿਹਾ ਸਾਨੂੰ ਕਰਨ ਦੀ ਜ਼ਰੂਰਤ ਹੈ? ਦੇਖੋ ਜੀ, ਇਹ ਬਹੁਤ ਹੀ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਕਹਿੰਦੇ ਨੇ ਸਾਡੀ ਹੋਂਦ ਦੀ ਪਹਿਚਾਣ, ਹਾਂਜੀ ਇਹ ਹੋਣਾ ਬਹੁਤ ਹੀ ਜ਼ਰੂਰੀ ਹੈ। ਕਿਉਂਕਿ ਅੱਜ ਦੀ ਡੇਟ ਵਿੱਚ ਤੁਸੀਂ ਦੇਖੋ, ਪਾਰਲੀਮੈਂਟ ਦੀ ਗੱਲ ਕਰਨੇ ਆ ਅਸੀਂ, ਜੀ ਮੈਂ ਇਰਰਿਸਪੈਕਟਿਵ ਆਫ ਕੋਈ ਵੀ ਪਾਰਟੀ ਹੈਗੀ ਹੈ, ਹਾਂਜੀ ਹਾਂਜੀ ਕਿ ਸਾਡੇ ਲੋਕਾਂ ਦੀ ਉੱਥੇ ਪ੍ਰੈਜ਼ੈਂਸ ਹੈ ਹੀ ਨਹੀਂ। ਨਹੀਂ ਹੈ ਜੀ, ਔਰ ਬਹੁਤ ਇਹ ਬੜੀ ਘੱਟ ਆ। ਦੁੱਖ ਦੀ ਗੱਲ ਹੈ, ਕਿਉਂਕਿ ਅਸੀਂ ਅਗਰ ਨੰਬਰਸ ਦੇਖੀਏ, ਹਮ, ਸਾਡੇ ਘੱਟ ਤੋਂ ਘੱਟ 10-15 MP ਹੋਣੇ ਚਾਹੀਦੇ ਨੇ ਉੱਥੇ। ਬਿਲਕੁਲ ਹੋਣੇ ਚਾਹੀਦੇ, 5 ਜਿਹੜੇ ਤਾਂ ਹੋਣੇ ਹੀ ਚਾਹੀਦੇ ਜੀ, 5 ਤਾਂ ਅੱਜ ਦੀ ਰੇਟ 'ਚ ਹੋਣੇ ਹੀ ਹੋਣੇ ਚਾਹੀਦੇ ਚਾਹੀਦੇ ਆ। ਨੇ ਨਾ। ਹਾਂਜੀ ਲੇਕਿਨ ਕੀ ਹੈ ਨਾ ਕਿ ਇਹ ਤੁਹਾਡੀ ਆਵਾਜ਼ ਅਗਰ ਉੱਥੇ ਤੱਕ ਪਹੁੰਚਾ ਸਕਦੇ ਨੇ, ਜੀ ਤੇ ਨੰਬਰਸ ਹੋਣਾ ਬਹੁਤ ਜ਼ਰੂਰੀ ਹੈ। ਕਿ ਕੀ ਬਿਲਕੁਲ ਹੁੰਦਾ ਸਹੀ। ਕਿ ਜੇ ਤੁਸੀਂ ਇੱਕ ਦੋ ਹੈਗੇ ਹੋ ਤੇ ਬੈਕ ਵੈਂਚਰ ਹੋ ਕੇ ਤੁਹਾਡੇ ਅੰਦਰ ਉਹ ਹਿੰਮਤ ਹੀ ਨਹੀਂ ਹੁੰਦੀ ਕਿ ਜੇ ਤੁਹਾਨੂੰ ਇਕੱਠਾ ਮਿਲ ਜਾਏ 4 5 6 ਸਾਡੇ ਆਪਣੇ ਸਾਡੇ ਲੋਕ ਜਿਹੜੇ ਹੈਗੇ ਨੇ ਉੱਥੇ ਹੈਗੇ ਨੇ, ਹਾਂਜੀ ਤੇ then you got a voice, you can project your voice, ਐਗਜ਼ੈਕਟਲੀ and ਤੁਸੀਂ ਡਰੋਗੇ ਵੀ ਨਹੀਂ। ਉਹ ਕੱਲਾ ਬੰਦਾ ਕੀ ਕਰੇਗਾ, ਉਹਨਾਂ ਨੇ ਜੋ ਪਾਰਟੀ ਲਾਈਨ ਦੇ ਨਾਲ ਹੀ ਚੱਲਣਾ ਪੈਂਦਾ। ਲੇਕਿਨ ਮੈਂ ਇੱਕ ਜ਼ਰੂਰ ਗੱਲ ਕਰਾਂਗਾ ਅੱਜ ਦੇ ਨੌਜਵਾਨਾਂ ਵਾਸਤੇ ਕਿ ਤੁਸੀਂ ਅਗਰ ਤੁਹਾਡੇ ਕੋਲ ਕੋਈ ਪੋਲੀਟੀਕਲ ਐਸਪੀਰੇਸ਼ਨ ਹੈਗੀ ਹੈ, ਤੇ ਤੁਸੀਂ ਜੁੜੋ, ਇਕੱਠੇ ਹੋ ਕੇ ਤੁਸੀਂ ਸਾਰੇ ਮਿਲ ਕੇ ਤੁਸੀਂ ਉਸ ਨੂੰ ਆਪਣੇ ਆਪ ਨੂੰ ਉਸ ਰਸਤੇ ਤੇ ਪਾਓ। ਬਿਲਕੁਲ ਐਂਡ ਸਹੀ ਤੁਹਾਨੂੰ ਗਾਈਡ ਕਰਨ ਵਾਸਤੇ ਅਸੀਂ ਸਾਰੇ ਹੈਗੇ ਹਾਂ। ਸਾਡੇ ਕੋਲ
ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਕਿ ਤੁਹਾਨੂੰ ਗਾਈਡ ਕਰਨਾ ਚਾਹਣਗੇ ਤੇ ਬਿਲਕੁਲ ਸਹੀ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਅਸੀਂ ਗਰੂਮ ਕਰਕੇ ਔਰ ਪ੍ਰੈਜ਼ੈਂਟ ਕਰੀਏ ਆਪਣੀ ਵੇਰੀਅਸ ਪਾਰਟੀਆਂ ਨੂੰ। ਉਹਨਾਂ ਨੂੰ ਜੀ। ਕਈ ਵੀ ਇਹ ਲੋਕ ਹੈਗੇ ਨੇ ਜਿਹੜੇ ਕਿ ਤੁਹਾਡੇ ਆਉਣ ਵਾਲੇ ਵਕਤ 'ਚ ਤੁਹਾਡੇ ਇੱਥੇ ਕੰਮ ਆ ਸਕਦੇ ਨੇ। ਵੋਟਾਂ ਉਹਨਾਂ ਨੂੰ ਲੋੜ ਹੁੰਦੀਆਂ ਨੇ ਤੇ ਅਸੀਂ ਦੇਣ ਨੂੰ ਤਿਆਰ ਹੈਗੇ ਹਾਂ, ਲੇਕਿਨ ਸਾਡੀ ਜਿਹੜੀ ਸਮੱਸਿਆਵਾਂ ਹਨ ਉਹਨਾਂ ਨੂੰ ਵੀ ਤਾਂ ਸੁਣੋ। ਬਿਲਕੁਲ ਪਰ ਸਹੀ। ਇਹ ਤੇ ਨਹੀਂ ਹੈਗਾ ਕਿ ਸਿਰਫ ਤੁਸੀਂ ਵੋਟਾਂ ਲੈਣ ਵਾਸਤੇ ਸਾਡੇ ਕੋਲ ਆਉਂਦੇ ਹੋ ਜਾਂ ਸਾਡੇ ਕੋਲੋਂ ਡੋਨੇਸ਼ਨਸ ਜਾਂ ਸਾਡੇ ਕੋਲੋਂ ਫੰਡ ਰੇਜ਼ਿੰਗ ਵਾਸਤੇ ਆਉਂਦੇ ਹੋ। ਇਹ ਸਿਰਫ ਐਟੀਟਿਊਡ ਗਲਤ ਹੈ ਨਾ ਜੀ। ਮੈਂ ਸਾਨੂੰ ਸਾਡੇ ਲੋਕਾਂ ਦੀ ਤੁਸੀਂ ਅਗਰ ਲੁੱਕ ਆਫਟਰ ਕਰੋਗੇ ਅਸੀਂ ਵੀ ਤੁਹਾਨੂੰ ਲੁੱਕ ਆਫਟਰ ਕਰਾਂਗੇ। ਅੱਛਾ, ਨੰਬਰ 13 ਮੇ ਰੋਡ ਮਾਊਂਟ ਰੋਸਕਲ ਦੇ ਉੱਤੇ ਜੀ ਨਿਊਜ਼ੀਲੈਂਡ ਦਾ ਆਕਲੈਂਡ ਦਾ ਐਡਰੈਸ ਹੈ ਜੀ। ਇਹ ਮੋਬਾਈਲ ਜੀ। ਬੜਾ ਸਖਾਲਾ 0222 1020 1020। ਈਮੇਲ jeet@extra.co.nz ਦੇ ਉੱਤੇ ਤੁਸੀਂ ਆਹ ਬੰਦਾ ਜਿਹੜਾ ਮੇਰੇ ਖੱਬੇ ਹੱਥ ਬੈਠਾ ਇਹਨੂੰ ਤੁਸੀਂ ਜਾ ਕੇ ਗੁੱਟ ਤੋਂ ਫੜ ਲੈਣਾ। ਜਿਹੜਾ ਕੋਈ ਤੁਹਾਡੇ ਹਿੱਸੇ ਕੰਮ ਆਉਂਦਾ, ਜਿਹੜਾ ਤੁਹਾਨੂੰ ਲੱਗਦਾ ਵੀ ਨਹੀਂ ਯਾਰ ਇਹ ਬੰਦਾ ਕਰਵਾ ਸਕਦਾ, ਕਿਉਂਕਿ ਆਪਾਂ ਇਹਨਾਂ ਦੀ ਜਿਹੜੀ ਸੈਲੀਬ੍ਰੇਸ਼ਨ ਹੈ ਇਹਨਾਂ ਦੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੀ, ਉਹਨੂੰ ਇੱਥੇ ਤੁਹਾਡੇ ਨਾਲ ਇਸ ਖੁਸ਼ੀ ਨੂੰ ਸਾਂਝੀ ਕਰ ਰਹੇ ਹਾਂ। ਤੇ ਮੈਂ ਉਮੀਦ ਕਰਦਾ ਵੀ ਇਹ ਜਿਹੜੇ ਅਵਾਰਡ ਨੇ ਇਹ ਤੁਹਾਡੀ ਜ਼ਿੰਮੇਵਾਰੀ ਬਾਜੀ ਹੋਰ ਵੀ ਵਧਾਉਂਦੇ ਆ, ਜੇ ਮੈਂ ਗਲਤ ਨਹੀਂ ਤਾਂ। ਬਿਲਕੁਲ ਜੀ ਬਿਲਕੁਲ। ਤੁਹਾਨੂੰ ਕੋਈ ਅਵਾਰਡ ਦਿੰਦਾ ਨਾ ਤੇ ਤੁਹਾਨੂੰ ਇਸ ਤਰ੍ਹਾਂ ਨਹੀਂ ਮਿਲਦਾ ਉਹ ਅਵਾਰਡ। ਉਹ ਜਦੋਂ ਤੁਹਾਨੂੰ ਮਿਲਦਾ ਹੈ ਤੇ ਤੁਹਾਡੇ ਆਪਣਾ ਤੁਸੀਂ ਜਦੋਂ ਕੱਲੇ ਬੈਠ ਕੇ ਸੋਚਦੇ ਹੋ ਯਾਰ ਮੈਨੂੰ ਅਵਾਰਡ ਤੇ ਮਿਲ ਗਿਆ, ਹੁਣ ਕੀ ਹੁਣ ਹੋਰ ਕੰਮ ਕਰ, ਉੱਠ ਜੀਤ ਹੋਰ ਕੰਮ ਕਰ। ਤੇ ਬਟ ਇਹ ਤੇ ਆ ਜ਼ਿੰਦਗੀ 'ਚ ਅਵਾਰਡ ਤੇ ਠੀਕ ਹੈ। ਮੈਂ ਤੁਹਾਡੇ ਨਾਲ ਇੱਕ ਗੱਲ ਬੜੀ ਇੰਪੋਰਟੈਂਟ ਸਾਂਝੀ ਕਰਨਾ। ਅੱਛਾ, ਜਿਹਦਾ ਨਾਂ ਹੀ ਜੀਤ ਆ, ਕੰਮ ਤਾਂ ਉਹਨੂੰ ਕਰਨਾ ਹੀ ਪੈਣਾ। ਹਾਂਜੀ, ਕਿਉਂਕਿ ਉਹਦੀ ਹਰ ਮੈਦਾਨ ਫਤਿਹ ਆ। ਹਾਂਜੀ, ਬਸ ਉਹ ਮਹਾਰਾਜ ਜੀ ਨੇ ਜੋ ਨਾਂ ਰੱਖ ਦਿੱਤਾ ਉਹ ਨਾਂ ਹੈਗਾ। ਰਵਿੰਦਰ ਕਹਿੰਦੇ ਵੀ award can be an individual achievement, but the inspiration and the story behind that award makes community proud. Thanks Radio Spice for bringing us the inspirational story of Jeet ji. ਸ਼ੁਕਰੀਆ ਜੀ। ਇਹ ਸਾਡੇ ਧੰਨ ਭਾਗ ਆ ਕਿ ਜੀਤ ਭਾਜੀ ਸਾਡੇ ਬਹੁਤ ਲਾਗੇ ਰਹਿੰਦੇ ਆ। ਅਸੀਂ ਜਦੋਂ ਇਹਨਾਂ ਨੂੰ ਆਵਾਜ਼ ਮਾਰੀ ਦੀ ਆ ਇਹ ਹਾਜ਼ਰ ਹੋ ਜਾਂਦੇ। ਲੇਕਿਨ ਅੱਜ ਮੌਕਾ ਬੜਾ ਖੂਬਸੂਰਤ ਸੀ। ਮੈਂ ਇੱਕ ਵਾਰ ਫੇਰ ਦਿਖਾ ਦਿਆਂ ਕਿ ਆਹ ਜਿਹੜਾ ਅਵਾਰਡ ਤੁਸੀਂ ਦੇਖ ਰਹੇ ਆ ਇਹ ਭਾਜੀ ਨੂੰ ਅਵਾਰਡ ਮਿਲਿਆ ਜੀ, ਲਾਈਫ ਟਾਈਮ ਅਚੀਵਮੈਂਟ ਅਵਾਰਡ। QSM ਤੇ JP ਪਹਿਲਾਂ ਤੋਂ ਹੀ ਉਹ ਸਮਾਜ ਦੇ ਵਿੱਚ ਜਿਹੜੇ ਸਰਕਾਰੀ ਲਕਬ ਨੇ ਉਹ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਅੱਗੋਂ ਅਸੀਂ ਹੋਰ ਵੀ ਉਮੀਦ ਕਰਦੇ ਹਾਂ ਕਿ ਤਗੜੇ ਹੋ ਕੇ ਕੰਮ ਕਰਨਗੇ। ਜੀ ਆਪਣੇ ਹਾਣਦਿਆਂ ਨੂੰ, ਆਪਣੇ ਸੀਨੀਅਰਸ ਨੂੰ ਜਿਨ੍ਹਾਂ ਦੀ ਸੇਵਾ 'ਚ ਤੁਸੀਂ ਅਕਸਰ ਹਾਜ਼ਰ ਰਹਿੰਦੇ ਹੋ। ਮੈਂ ਭਾਰਤੀ ਸਮਾਜ ਦੀਆਂ ਐਕਟੀਵਿਟੀਜ਼ ਦੇਖ ਰਿਹਾ ਸੀ। ਭਾਰਤੀ ਸਮਾਜ ਦੀਆਂ ਐਕਟੀਵਿਟੀਜ਼ ਦੇ ਬਾਰੇ ਕੁਝ ਹੋਰ ਆਊਟਲਾਈਨ ਕਰੋ ਤੇ ਜਾਂਦੇ ਜਾਂਦੇ ਸਾਡੇ ਜਿਹੜੇ ਯੰਗਸਟਰਸ ਨੇ, ਜਿਹੜੇ ਨਵੇਂ ਸਾਡੇ ਭੈਣਾਂ ਭਰਾ ਇਸ ਮੁਲਕ ਨੂੰ ਆਪਣੀ ਕਰਮ ਭੂਮੀ ਬਣਾ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਜ਼ਰੂਰ ਅਸੀਂ ਚਾਹਾਂਗੇ ਤੁਸੀਂ ਸਾਂਝਾ ਕਰੋ। ਜੀ ਮੈਂ ਜ਼ਰੂਰ ਕਰਾਂਗਾ ਜੀ। ਸਭ ਤੋਂ ਪਹਿਲੀ ਗੱਲ ਤੇ ਮੈਂ ਭਾਰਤੀ ਸਮਾਜ ਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ। ਇੱਕ ਇਹ ਸੰਸਥਾ ਜਿਹੜੀ ਅਸੀਂ ਹੈ ਕਿ ਫਾਰਮਲੀ 2001 'ਚ ਅਸੀਂ ਇਹਨੂੰ ਰਜਿਸਟਰ ਕਰਾਇਆ ਸੀ। ਬਟ ਉਸ ਤੋਂ ਪਹਿਲੇ ਅਸੀਂ ਸਮਾਜ ਦੀ ਜਿਹੜੀ ਸੇਵਾ ਹੈ ਨਾ ਡਿਫਰੈਂਟ ਤਰੀਕੇ ਸੇ ਕਰਦੇ ਰਹੇ ਹਾਂ। ਕੋਈ ਅਸੀਂ ਨਾਂ ਨਹੀਂ ਦਿੱਤਾ। ਹਾਂਜੀ। ਤੇ ਉਹ ਜਦੋਂ ਅਸੀਂ ਸ਼ੁਰੂ ਕੀਤਾ ਭਾਰਤੀ ਸਮਾਜ, ਉਹਦੇ 'ਚ ਜਿਹੜੀ ਸਾਡੀ ਸਰਵਿਸਿਜ਼ ਹੈਗੀਆਂ, ਮੈਨੂੰ ਅਕਸਰ ਲੋਕ ਪੁੱਛਦੇ ਨੇ ਬਈ ਤੁਸੀਂ ਕਿਹੜੀ ਸਰਵਿਸ ਕਰਦੇ ਹੋ, ਕੀ ਤੁਹਾਡੀ ਸਰਵਿਸਿਜ਼ ਕੀ ਹਨ? ਤੇ ਮੈਂ ਤੇ ਸਿੰਪਲ ਜੀ ਲੈਂਗੁਏਜ ਕਹਿਣਾ ਭਾਈ 0 ਏਜ to 0 ਏਜ। ਅੱਛਾ, ਹਾਂਜੀ। ਕਿਉਂਕਿ 0 ਏਜ ਤੋਂ ਸਾਡਾ ਜਿਹਾ ਪਲੇ ਗਰੁੱਪ ਹੁੰਦਾ, ਫਿਰ ਸਾਡੇ ਲੈਂਗੁਏਜ ਐਂਡ ਕਲਚਰਲ ਕਲਾਸਿਸ ਹੁੰਦੀਆਂ ਬੱਚਿਆਂ ਦੀਆਂ, ਫਿਰ ਉਸ ਤੋਂ ਬਾਅਦ ਯੂਥ ਦਾ ਹੁੰਦਾ, ਫਿਰ ਮਾਈਗ੍ਰੈਂਟਸ ਦੀ ਸਪੋਰਟ ਸਰਵਿਸਿਜ਼ ਹੈਗੀਆਂ, ਐਂਡ ਦੈਨ ਇਟ ਕਮਸ ਟੂ ਦਾ ਸੀਨੀਅਰਸ। ਔਰ ਅਪਾਰਟ ਫਰੋਮ ਦੈਟ ਜਿਹੜਾ ਫੈਮਿਲੀ ਵਾਇਲੈਂਸ ਹੈ, ਐਲਡਰ ਅਬਿਊਜ਼ ਹੈ, ਉਸ ਨੂੰ ਅਸੀਂ ਬੜੇ ਸੰਜੀਦਾ ਦੇ ਨਾਲ ਬੜੇ ਕੋਸ਼ਿਸ਼ ਨਾਲ ਅਸੀਂ ਐਡਰੈਸ ਕਰਨ ਦੀ ਕੋਸ਼ਿਸ਼ ਕਰਨੇ ਹਾਂ। ਔਰ ਫॉर दैट ਰੀਜ਼ਨ ਮੈਂ ਇੱਥੇ ਜਿਹੜਾ ਸੀਨੀਅਰ ਐਡਵਾਈਜ਼ਰੀ ਪੈਨਲ ਹੈ ਆਕਲੈਂਡ ਕਾਉਂਸਲ ਦਾ, ਉਹਦੇ 'ਚ ਵੀ ਮੈਂ ਵਾਂ ਏਜ ਫਰੈਂਡਲੀ ਸਿਟੀ ਦੇ ਵਿੱਚ ਹਾਂ। ਇਸ ਤਰ੍ਹਾਂ ਮੈਂ ਆਈ ਵੀਅਰ ਮੈਨੀ ਹੈਟਸ। ਮੈਨੂੰ ਸਲੋਗਨ ਬਹੁਤ ਸੋਹਣਾ ਲੱਗਦਾ, ਯੂਨਿਟੀ ਇਨ ਡਾਇਵਰਸਿਟੀ। ਇਹ ਡਾਇਵਰਸਿਟੀ ਬੜਾ ਖੂਬਸੂਰਤ ਗਹਿਣਾ ਇਸ ਮੁਲਕ ਦਾ ਜਿੱਥੇ ਅਸੀਂ ਬੈਠੇ ਗੱਲਾਂ ਕਰ ਰਹੇ ਹਾਂ। ਵੈਰੀ ਨਾਈਸ, ਕੀਪ ਗੋਇੰਗ ਜੀ। ਜੀ ਇਸ ਤਰ੍ਹਾਂ ਹੈ ਨਾ ਕਿ ਜਦੋਂ ਤੁਸੀਂ ਇਕੱਠੇ ਨਹੀਂ ਹੁੰਦੇ, ਦੇਖੋ ਪਤਾ ਕੀ ਹੈ, ਵਾਈ ਵੀ ਕਾਲਡ ਇਟ ਭਾਰਤੀ ਸਮਾਜ। ਮੈਨੂੰ ਕਿਸੇ ਨੇ ਕਿਹਾ ਕੋਈ ਪਾਰਟੀ ਹੈਗੀ, ਮੈਂ ਕਿਹਾ ਭਾਈ ਪਾਰਟੀ ਨਹੀਂ ਹੈਗੀ। ਇਹ ਭਾਰਤੀ ਦਾ ਮਤਲਬ ਹੈ ਇੰਡੀਅਨ, ਐਂਡ ਸਮਾਜ ਦਾ ਮਤਲਬ ਹੁੰਦਾ ਕਮਿਊਨਿਟੀ। ਇੰਡੀਅਨ ਕਮਿਊਨਿਟੀ ਦੀ ਬਾਰੇ ਅਸੀਂ ਗੱਲ ਕਰ ਰਹੇ ਹਾਂ, ਬਟ ਵੀ ਐਕਸਪੈਂਡਡ ਇਟ ਟੂ ਦ ਸਾਊਥ ਏਸ਼ੀਅਨ ਕਮਿਊਨਿਟੀ। ਤੇ ਦੇਖੋ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਜੇ ਤੁਹਾਡੇ ਸਾਹਮਣੇ ਮੈਨੂੰ ਕਿਸੇ ਨੇ ਪੁੱਛਿਆ, ਬਈ ਤੁਸੀਂ ਲੋਕ ਕਿਸ ਨੂੰ ਸਰਵ ਕਰੋਗੇ, ਮੈਂ ਕਿਹਾ ਯਾਰ ਇਹ ਤਾਂ ਬੜੀ ਅਜੀਬ ਜੀ ਗੱਲ ਹੈ, ਮੈਂ ਕਿਸ ਨੂੰ ਸਰਵ ਕਰਾਂਗਾ? ਮੈਂ ਕਿਹਾ ਵੀ ਸਰਵ ਪੀਪਲ ਇਨ ਨੀਡ। that's amazing। ਤੁਹਾਨੂੰ ਐਟੀਟਿਊਡ ਜਿਹੜਾ ਰੱਖਣਾ ਪੈਂਦਾ, ਜਿੱਦਾਂ ਮਹਾਰਾਜ ਨੇ ਬਹੁਤ ਸੋਹਣਾ ਨਾਰਾ ਬਖਸ਼ਿਆ ਸੀ, ਜੋ ਆਵੇ ਸੋ ਰਾਜ਼ੀ ਜਾਵੇ। ਬਸ ਸੋ
ਤੁਹਾਨੂੰ ਮਨੁੱਖਤਾ ਦੇ ਐਂਗਲ ਤੋਂ ਜੇ ਸਾਨੂੰ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਦਾ ਕਨਸੈਪਟ ਦਿੱਤਾ, ਤੁਹਾਡੇ ਜ਼ਿਹਨ ਦੇ ਵਿੱਚ ਹਰ ਵੇਲੇ ਬੈਕ ਆਫ ਯੋਰ ਮਾਈਂਡ ਰਹਿਣਾ ਚਾਹੀਦਾ ਜੀ। ਜੀ ਸਾਨੂੰ ਇਹ ਤੇ ਸਾਡੇ ਜਿਹੜੇ ਮਹਾਰਾਜ ਜੀ ਨੇ ਜੋ ਲਿਖਿਆ ਹੈ, ਜੋ ਅਸੀਂ ਕਹਿੰਦੇ ਨਾ ਗਾਵੀਏ ਸੁਣੀਏ ਮਨ ਰੱਖੀਏ ਪਾਓ। ਆਹਾ, ਜਦੋਂ ਅਸੀਂ ਉਹਨਾਂ ਨੂੰ ਸਭ ਤੋਂ ਪਹਿਲੀ ਗੱਲ ਕਿ ਜਿਹੜੇ ਮਹਾਰਾਜ ਜੀ ਨੇ ਜੋ ਵੀ ਸਾਨੂੰ ਜਿਸ ਚੀਜ਼ ਨਾਲ ਨਵਾਜ਼ਿਆ ਹੈ, ਜੋ ਚੀਜ਼ਾਂ ਸਾਨੂੰ ਸਮਝਾਈਆਂ ਤੇ ਉਹਨਾਂ ਨੂੰ ਅਸੀਂ ਆਪਣੇ ਜੀਵਨ 'ਚ ਹਾਸਿਲ ਵੀ ਕਰਕੇ ਤੇ ਉਹਨਾਂ ਨੂੰ ਕਰਮ ਵੀ ਤਾਂ ਕਰਨਾ ਨਾ ਜੀ। ਬਿਲਕੁਲ ਸਹੀ। ਜੇ ਅਸੀਂ ਕਰਮ ਨਹੀਂ ਕਰਦੇ, ਅਸੀਂ ਨਾ ਉਹਨਾਂ ਨੂੰ ਸਿਰਫ ਉਹਨਾਂ ਨੂੰ ਸੁਣ ਲੈਂਦੇ ਹਾਂ ਔਰ ਰਿਸਾਈਟ ਕਰ ਲੈਂਦੇ ਹਾਂ, ਦੈਟਸ ਨਾਟ ਗੁੱਡ ਐਨਫ। ਕਿਉਂਕਿ ਅਸੀਂ ਜਦੋਂ ਉਹਨਾਂ ਨੇ ਸਾਨੂੰ ਜੋ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਹੈ ਤੇ ਉਹਨੂੰ ਲੈ ਕੇ ਅਸੀਂ ਬਖਸ਼ਿਸ਼ ਉਹਨਾਂ ਦੀ ਲੈ ਕੇ ਅਸੀਂ ਉਹ ਕੰਮ ਕਰੀਏ। ਤੇ ਅੱਜ ਦੀ ਡੇਟ ਵਿੱਚ ਬਸ ਇਹੀ ਹੈਗੀ ਮੇਰੀ ਗੱਲ। ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇ ਅਸੀਂ ਬੜੇ ਵੱਡ ਭਾਗੀ ਹਾਂ। ਮੈਂ ਪਰਮਿੰਦਰ ਜੀ ਤੁਹਾਨੂੰ ਵੀ ਦੇਖਿਆ, ਤੁਸੀਂ ਵੀ ਪਤਾ ਨਹੀਂ ਕਿੱਥੇ ਕਿੰਨੀ ਸੋਸ਼ਲ ਸਰਵਿਸ ਕਰਦੇ ਹੋ, ਬਹੁਤ ਤੁਸੀਂ ਮਿਹਨਤ ਕਰਦੇ ਹੋ। ਐਂਡ ਆਈ ਥਿੰਕ ਇਟਸ ਅ ਕਲੈਕਟਿਵ ਐਫਰਟ। ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰਨੇ ਆ ਤੇ ਉਹ ਦੇਖੋ, ਮੈਂ ਉਮਰ ਦੀ ਗੱਲ ਨਹੀਂ ਕਹਾਂਗਾ। ਉਮਰ ਤੇ ਦੇਖੋ ਇੱਕ ਐਸੀ ਚੀਜ਼ ਹੈ ਜਿਹੜੀ ਤੁਸੀਂ ਚਾਹੋ ਨਹੀਂ ਚਾਹੋ, ਇਟ ਇਜ਼ ਗੋਇੰਗ ਟੂ ਐਡਵਾਂਸ, ਇਹ ਕੁਦਰਤੀ ਵਰਤਾਰਾ ਹੈ। ਲੇਕਿਨ ਮੈਂ ਕਹਿੰਦਾ ਕਿ ਜਦੋਂ ਤੱਕ ਤੁਸੀਂ ਤੁਹਾਡੇ ਯਾਨੀ ਅੰਦਰ ਉਹ ਜਜ਼ਬਾ ਹੈਗਾ ਸੇਵਾ ਦਾ, ਤੇ ਇਹਦੇ ਵਾਸਤੇ ਕੋਈ ਉਮਰ ਦੀ ਉਹ ਜ਼ਰੂਰਤ ਨਹੀਂ ਹੁੰਦੀ। ਤੁਸੀਂ ਮੈਨੂੰ ਮੈਂ ਤੁਹਾਨੂੰ ਇੱਕ ਬਹੁਤ ਛੋਟੀ ਜਿਹੀ ਗੱਲ ਦੱਸਣਾ, ਜਿਹੜੀ ਕਿ ਆਈ ਡੂ ਨਾਟ ਨੋ ਹਾਊ ਮਚ ਟਾਈਮ ਆਈ ਹੈਵ ਗॉट। ਨਹੀਂ ਤੁਸੀਂ ਤੁਹਾਡੇ ਕੋਲ 4 ਮਿੰਟ ਹੈਗੇ ਜੀ। ਅੱਛਾ ਠੀਕ ਹੈ ਨਾ। ਤੇ ਇੱਕ ਮੈਂ ਨਾ ਕਿਸੇ ਨੂੰ ਅਕਸਰ ਮਿਲਣ ਜਾਂਦਾ ਰੈਸਟ ਹੋਮ 'ਚ। ਅਸੀਂ ਵੀ ਆਰ ਦ ਫਸਟ ਵਨ ਟੂ ਸਟਾਰਟ ਅ ਕਲਚਰਲੀ ਐਪਰੋਪ੍ਰੀਏਟ ਰੈਸਟ ਹੋਮ ਇਨ ਦਿਸ ਨਿਊਜ਼ੀਲੈਂਡ। ਅਸੀਂ ਪਹਿਲਾਂ ਬੜੀ ਜ਼ਰੂਰਤ ਸੀ ਉਸ ਚੀਜ਼। ਤੇ ਉਹ ਨਾ ਮੈਂ ਕਿਸੇ ਨੂੰ ਮਿਲਣ ਗਿਆ, ਉਹ ਘਰ 'ਚ ਲੇਡੀ ਸੀ, ਓਲਡ ਲੇਡੀ ਸੀ, ਐਂਡ ਉਹ ਬਹੁਤ ਹੀ ਐਕਟਿਵ ਸੀ ਸੋਸ਼ਲ ਵਰਕਰ। ਬਟ ਉਹਨੂੰ ਕੋਈ ਸਟ੍ਰੋਕ ਹੋ ਗਿਆ, ਕੁਝ ਹੋ ਗਿਆ, ਮਤਲਬ ਸ਼ੀ ਵਾਸ ਬੈਡ ਜਿਹੜੀ ਆ। ਹਾਂਜੀ। ਤੇ ਉਹਨੇ ਮੈਨੂੰ ਕਿਹਾ ਕਿ ਜੀ ਮੈਂ ਬੜੀ ਉਦਾਸ ਹਾਂ। ਮੈਂ ਕਿਹਾ ਕਿਉਂ? ਮੈਂ ਇਕੱਲੀ ਮਹਿਸੂਸ ਕਰਨੀ ਆ, ਮੇਰੇ ਕੋਲ ਕੋਈ ਮੈਂ ਕਿਸੇ ਨਾਲ ਮੈਂ ਇੰਨੇ ਜਾਣਦੀ ਸੀ, ਇੰਨੇ ਲੋਕ ਮੇਰੇ ਕੋਲ ਆਉਂਦੇ ਸਨ, ਸਭ ਕੁਝ ਸੀ, ਹੁਣ ਕੋਈ ਵੀ ਨਹੀਂ ਹੁੰਦਾ। ਕਹਿੰਦੀ ਮੈਂ ਹੁਣ ਦੱਸੋ ਮੈਂ ਜ਼ਿੰਦਗੀ ਕਿਸ ਤਰ੍ਹਾਂ ਜੀਆਂ? ਮੈਂ ਨਾ ਉਹਨਾਂ ਦੇ ਆਸ-ਪਾਸ ਦੇਖਿਆ, ਇੱਕ ਫੋਨ ਪਿਆ ਹੋਇਆ ਸੀ। ਅੱਛਾ। ਮੈਂ ਕਿਹਾ ਇੱਕ ਕੰਮ ਕਰੋ, ਤੁਸੀਂ ਇਹ ਫੋਨ ਜਿਹੜਾ ਹੈ ਨਾ ਇਹਨੂੰ ਯੂਜ਼ ਕਰ ਸਕਦੇ, ਤੁਸੀਂ ਇਹ ਫੋਨ ਤੇ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਨਾਲੇ ਲੈਂਡਲਾਈਨ ਤਾਂ ਵੈਸੇ ਹੀ ਤੇ ਤੁਹਾਨੂੰ ਪਤਾ ਫ੍ਰੀ ਹੈ ਆਪਣੀ ਜਿਹੜੀ ਕਾਲ। ਤੇ ਮੈਂ ਉਹਨਾਂ ਨੂੰ ਕੀ ਕੀਤਾ ਕਿ ਮੈਂ ਉਹਨਾਂ ਨੂੰ ਕੁਝ ਨਾਂ ਦਿੱਤੇ। ਮੈਂ ਕਿਹਾ ਤੁਸੀਂ ਇਹਨਾਂ ਨੂੰ ਫੋਨ ਕਰਨਾ ਹੈ। ਤੇ ਉਹਨਾਂ ਦਾ ਨੈਟਵਰਕ ਇੰਨਾ ਵੱਡਾ ਹੋ ਗਿਆ, ਜਦੋਂ ਮੈਂ ਨੈਕਸਟ ਟਾਈਮ ਮੈਂ ਉਹਨਾਂ ਦੇ ਕੋਲ ਗਿਆ ਮਿਲਣ ਗਿਆ ਸਿਰਫ, ਤੇ ਉਹਨਾਂ ਨੇ ਕਿਹਾ ਉਹ ਮੈਂ ਗੱਲ ਇੱਕ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਫੋਨ ਵੱਜਦਾ ਤੇ ਮੈਨੂੰ ਕਹਿੰਦੀ ਇਸ਼ਾਰੇ ਨਾਲ ਕਹਿੰਦੇ ਬੈਠ ਜਾ। ਐਂਡ ਆਈ ਵਾਸ देयर ਫॉर 2 ਆਵਰਸ। ਤੇ ਉਹਨਾਂ ਕੋਲ ਇੰਨੀ ਫੁਰਸਤ ਨਹੀਂ ਹੋਈ ਕਿ ਮੇਰੇ ਨਾਲ ਗੱਲ ਕਰ ਸਕਣ। ਮੈਨੂੰ ਇਹ ਵੀ ਲੱਗਦਾ ਜੀਤ ਭਾਜੀ ਵੀ ਜਿਹੜੀ ਤੁਹਾਡੀ ਨੌਲੇਜ ਦਾ ਵਿਜ਼ਡਮ ਆ, ਉਹ ਤਾਂ ਬਲਕਿ ਹੋਰ ਵੱਡਾ ਹੁੰਦਾ ਜਾਂਦਾ ਘੇਰਾ। ਜਿਹੜੀ ਤੁਹਾਡੇ ਕੋਲ ਐਕਸਪੀਰੀਅੰਸ ਹੈ, ਉਸ ਨੂੰ ਜੇ ਤੁਸੀਂ ਅੱਗੇ ਆਪਣੀਆਂ ਗੱਲਾਂ ਰਾਹੀਂ, ਆਪਣੀ ਜਾਣਕਾਰੀ ਰਾਹੀਂ ਅੱਗੇ ਦੇ ਸਕੋ, ਇਹਦੇ ਨਾਲ ਦੀ ਰੀਸ ਨਹੀਂ ਹੈ। ਜੀ ਬਿਲਕੁਲ। ਆਈ ਥਿੰਕ ਕੀ ਹੈ ਕਿ ਅਸੀਂ ਜਦੋਂ ਤੁਸੀਂ ਦੇਖੋ ਸਾਨੂੰ ਵੀ ਤਾਂ ਕਿਸੇ ਨੇ ਪਾਸ ਆਨ ਕੀਤਾ ਨਾ, ਸਾਡੇ ਵੱਡਿਆਂ ਨੇ, ਸਾਡੇ ਜਿਹੜੇ ਰੋਲ ਮਾਡਲਸ ਹੈਗੇ ਉਹਨਾਂ ਨੇ ਸਾਨੂੰ ਪਾਸ ਆਨ ਕੀਤਾ, ਤੇ ਸਾਡਾ ਫਰਜ਼ ਇਹੀ ਹੈਗਾ ਕਿ ਅਸੀਂ ਜਿਹੜੇ ਬੱਚੇ ਹੈਗੇ ਆਉਣ ਵਾਲੇ ਉਹਨਾਂ ਨੂੰ ਵੀ ਪਾਸ ਔਨ ਦਾ ਬੈਟਨ। ਇਹ ਅਗਰ ਨਹੀਂ ਕਰਦੇ ਹਾਂ ਤੇ ਵੀ ਆਰ ਨਾਟ ਡੂਇੰਗ ਦਾ ਰਾਈਟ ਥਿੰਗ। ਇਹ ਬਹੁਤ ਹੀ ਜ਼ਰੂਰੀ ਹੈ ਕਿ ਸਾਨੂੰ ਆਪਣੇ ਜ਼ਿੰਦਗੀ ਸਾਨੂੰ ਜੋ ਮੌਕਾ ਮਿਲੇ ਉਹਨੂੰ ਅਸੀਂ ਸਾਂਝਾ ਕਰੀਏ। ਤੇ ਇੱਕ ਬਿਫੋਰ ਆਈ ਗੋ ਆਈ ਵਿਲ ਸੇ ਦੈਟ ਜਿਹੜਾ ਯੂਥ ਹੈਗਾ, ਆਈ ਐਮ ਲੁਕਿੰਗ ਐਟ them। ਅੱਜ ਦਾ ਯੂਥ ਜਿਹੜਾ ਹੈਗਾ ਨਾ, ਉਹਨਾਂ ਨੂੰ ਮੈਂ ਸਿਰਫ ਇੱਕ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਸਿਰਫ ਪੈਸੇ ਕਮਾਉਣਾ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਆਪਣੀ ਥਾਂ ਹੈਗਾ, ਲੇਕਿਨ ਇੰਪੋਰਟੈਂਟ, ਸਭ ਤੋਂ ਇੰਪੋਰਟੈਂਟ ਕੀ ਹੈ ਕਿ ਸਭ ਤੋਂ ਵੱਡੀ ਡੋਨੇਸ਼ਨ ਜਿਹੜੀ ਹੈ ਨਾ, ਤੁਸੀਂ ਭਾਵੇਂ ਕਿਸੇ ਵੀ ਰਿਲੀਜੀਅਸ ਇੰਸਟੀਟਿਊਸ਼ਨ ਜਾ ਕੇ ਤੁਸੀਂ ਸੇਵਾ ਕਰਦੇ ਹੋ ਜਾਂ ਡੋਨੇਸ਼ਨ ਦਿੰਦੇ ਹੋ, ਦੈਟਸ ਫਾਈਨ, ਲੇਕਿਨ ਸਭ ਤੋਂ ਵੱਡੀ ਡੋਨੇਸ਼ਨ ਹੈ ਟਾਈਮ ਦੀ। ਜੇ ਤੁਸੀਂ ਥੋੜਾ ਜਿਹਾ ਵੀ ਟਾਈਮ ਤੁਸੀਂ ਉਸ ਨੂੰ ਡੋਨੇਟ ਕਰੋ ਇਹ ਕਮਿਊਨਿਟੀ ਦੀ ਨੀਡ ਵਾਸਤੇ, ਤੇ ਤੁਸੀਂ ਦੇਖੋ ਤੁਹਾਨੂੰ ਕਿੰਨਾ ਆਨੰਦ ਆਏਗਾ, ਕਿਤਨੇ ਤੁਸੀਂ ਖੁਸ਼ ਹੋਵੋਗੇ, ਕਿੰਨਾ ਤੁਹਾਡੇ ਅੰਦਰ ਸਕੂਨ ਆਏਗਾ। ਤੁਸੀਂ ਯੂ ਵਿਲ ਬੀ ਇਨ ਅ ਡਿਫਰੈਂਟ ਵਰਲਡ। ਤੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਸਭ ਯੂਥ ਨੂੰ ਕਿ ਵੀ ਤੁਸੀਂ ਅੱਗੇ ਵੱਧ ਕੇ ਆਓ, ਸਾਡਾ ਸਾਥ ਦਿਓ, ਸਾਡੇ ਸਾਰੇ ਕਮਿਊਨਿਟੀ ਦਾ ਸਾਥ ਦਿਓ। ਜਿੱਥੇ ਤੁਹਾਨੂੰ ਲੱਗਦਾ ਹੈ ਕਿ ਯੂ ਕੈਨ ਫਿਲ ਅ ਗੈਪ, ਤੁਸੀਂ ਜ਼ਰੂਰ ਆ ਕੇ ਖੜੇ ਹੋ, ਕਿਉਂਕਿ ਤੁਹਾਡੀ ਬੜੀ ਜ਼ਰੂਰਤ ਹੈਗੀ ਸਾਨੂੰ ਸਾਰਿਆਂ ਨੂੰ। ਜੀ। ਤੇ ਮੈਂ ਇਸ ਦੇ ਨਾਲ ਮੈਂ ਜਿਹੜਾ ਹਿੰਦੀ ਉਰਦੂ ਕਲਚਰਲ ਜਿਹੜੀ ਐਸੋਸੀਏਸ਼ਨ ਹੈ, ਜਿਨ੍ਹਾਂ ਨੂੰ ਮੈਨੂੰ ਇਸ ਅਵਾਰਡ ਦੇ ਨਾਲ ਨਵਾਜ਼ਿਆ ਹੈ, ਤੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਦੇਣਾ ਚਾਹਾਂਗਾ। ਮੈਂ ਸਪੈਸ਼ਲੀ ਜਿਹੜੇ ਆਪਣੇ ਗੌਸ ਮਜੀਦ ਜੀ ਹੈਗੇ ਔਰ ਆਪਣੇ ਦੂਸਰੇ ਹੋਰ ਵੀ ਰੂਪਾ ਜੀ ਹੈਗੇ, ਉਹਨਾਂ ਦੇ ਨਾਲ ਆਪਣਾ
मुजीब जी अगेन सैयद ਜੀ मुजीब जी ਜਿੰਨੇ ਵੀ ਉਹਨਾਂ अगेन ਦੇ ਟੀਮ ਮੈਂਬਰਾਂ ਨੇ ਬੜੀ ਸ਼ਿੱਦਤ ਨਾਲ ਉਹਨਾਂ ਹਾਂਜੀ, ਨੇ ਗੁਜਰਾਤ ਉਹਨਾਂ ਨੇ ਜਿਨ੍ਹਾਂ ਨੇ ਮਤਲਬ ਯਾਨੀ ਬਹੁਤ ਕੰਮ ਕੀਤਾ, ਰੂਪਾ ਭੈਣ ਜੀ ਨੇ ਵਗੈਰਾ, ਉਹਨਾਂ ਦੀ ਟੀਮ ਨੇ ਜਿੰਨੇ ਵੀ, ਸਾਰਿਆਂ ਨੂੰ ਮੈਂ ਬੜਾ ਬੜਾ ਧੰਨਵਾਦ ਦੇਣਾ। ਬਟ ਲੇਕਿਨ ਮੈਂ ਤੁਹਾਨੂੰ ਇੰਨਾ ਜ਼ਰੂਰ ਕਹਾਂਗਾ ਕਿ ਤੁਸੀਂ ਇਹ ਅਵਾਰਡ ਦੇ ਕੇ ਚੰਗਾ ਤੇ ਬਹੁਤ ਕੀਤਾ ਹੈ, ਲੇਕਿਨ ਤੁਸੀਂ ਮੈਨੂੰ ਹੋਰ ਮੈਨੂੰ ਤੁਸੀਂ ਜ਼ਿੰਮੇਵਾਰੀ ਦਿੱਤੀ ਤਾਂ ਕਿ ਮੈਂ ਹੋਰ ਕੰਮ ਕਰਾਂ। ਬਟ ਵਿਦ ਦਿਸ ਨੋਟ ਆਈ ਵਿਲ ਸੇ ਬਿਗ ਥੈਂਕ ਯੂ ਟੂ ਦ ਕਮਿਊਨਿਟੀ, ਬਿਗ ਥੈਂਕ ਯੂ ਟੂ ਪਰਮਿੰਦਰ ਜੀ, ਰੇਡੀਓ ਸਪਾਈਸ ਐਂਡ ਐਵਰੀਵਨ। ਮੌਕਾ ਦੇਣ ਵਾਸਤੇ ਮੈਂ ਬਹੁਤ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ। ਐਂਡ ਇਟਸ ਪ੍ਰਿਵਿਲੇਜ ਐਂਡ ਆਨਰ ਟੂ ਬੀ ਹੇਅਰ ਐਂਡ ਥੈਂਕ ਯੂ ਵੈਰੀ ਮਚ। ਐਂਡ ਤੁਸੀਂ ਮੈਂ ਬਹੁਤ ਸਾਰੀ ਬਲੈਸਿੰਗਸ ਤੁਹਾਨੂੰ ਸਾਰਿਆਂ ਨੂੰ ਦੇਣਾ, ਔਰ ਇਹ ਵੀ ਕਹਾਂਗਾ ਕਿ ਬਈ ਜਦੋਂ ਜਦੋਂ ਤੁਹਾਨੂੰ ਮੌਕਾ ਮਿਲੇ ਸੇਵਾ ਕਰਨ ਚੋਂ ਪਿੱਛੇ ਨਹੀਂ ਹਟਣਾ। ਕਿਆ ਬਾਤ ਹੈ। ਜਿਨ ਸੇਵਿਆ ਤਿਨ ਪਾਇਆ ਮਾਣ, ਸਾਡੇ ਗੁਰੂ ਸਾਹਿਬਾਨ ਨੇ ਇਹੀ ਕਿਹਾ। ਬਿਲਕੁਲ ਬਿਲਕੁਲ, ਕਹਿੰਦੇ ਵੈਰੀ ਨਾਈਸ। ਬਹੁਤ ਸ਼ੁਕਰੀਆ ਅਜੀਤ ਭਾਜੀ ਤੁਹਾਡਾ। ਅਸੀਂ ਤੁਸੀਂ ਸਪੈਸ਼ਲੀ ਸਮਾਂ ਕੱਢਿਆ ਆਪਣੇ ਰੁਝੇਵਿਆਂ ਦੇ ਵਿੱਚੋਂ ਤੇ ਆਪਣੀ ਜ਼ਬਾਨ ਦੇ ਵਿੱਚ ਬੜੀ ਸਰਲ ਭਾਸ਼ਾ ਦੇ ਵਿੱਚ ਗੱਲਾਂ ਕੀਤੀਆਂ ਔਰ ਇਨਸਪਾਇਰ ਕੀਤਾ ਬਹੁਤ ਸਾਰੇ ਸਾਡੇ ਭੈਣਾਂ ਭਰਾਵਾਂ ਨੂੰ। ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ। ਇੱਕ ਵਾਰ ਫਿਰ ਇਹ ਅਵਾਰਡ ਜਿਹੜਾ ਦਿਖਾ ਦਈਏ, ਇਹ ਅਵਾਰਡ ਜਿਹੜਾ ਜੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਸਾਡੇ ਵੀਰ ਰਣਜੀਤ ਸਚਦੇਵਾ ਜੀ ਨੂੰ ਬੀਤੇ ਦਿਨ ਹੀ ਮਿਲਿਆ ਤੇ ਅੱਜ ਅਸੀਂ ਇਸ ਸੰਬੰਧੀ ਗੱਲਾਂ ਬਾਤਾਂ ਕਰ ਰਹੇ ਹਾਂ। ਇਸੇ ਬਹਾਨੇ ਉਹਨਾਂ ਦੀ ਜ਼ਿੰਦਗੀ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੇ ਜਿਹੜੇ ਇੰਸਪੀਰੇਸ਼ਨਲ ਕਿੱਸੇ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ। ਮੈਂ ਉਮੀਦ ਕਰਦਾ ਇਸ ਗੱਲਬਾਤ ਨੂੰ ਤੁਸੀਂ ਪਸੰਦ ਕੀਤਾ ਹੋਵੇਗਾ। ਜਲਦੀ ਇਸ ਨੂੰ YouTube ਦੇ ਉੱਤੇ ਵੀ ਅਸੀਂ ਕੱਲ ਸਵੇਰ ਨੂੰ ਸਾਂਝਾ ਕਰ ਦਿਆਂਗੇ। ਅਤੇ ਜੀਤ ਭਾਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰਨਾ ਹੋਵੇ 021 222 1020 ਦੇ ਉੱਤੇ ਜਾਂ ਫਿਰ jeet@extra.co.nz ਦੇ ਉੱਤੇ ਗੱਲਾਂ ਬਾਤਾਂ ਹੋ ਸਕਦੀਆਂ। ਭਾਰਤੀ ਸਮਾਜ ਚੈਰੀਟੇਬਲ ਟਰਸਟ ਜਿਨ੍ਹਾਂ ਦੇ ਨਾਲ ਮਿਸਟਰ ਜੀਤ ਸਚਦੇਵ ਜਿਹੜੇ ਨੇ ਸੰਬੰਧਿਤ ਨੇ, QSM ਅਤੇ JP ਦੇ ਰੁਤਬੇ ਉਹਨਾਂ ਦੇ ਕੋਲ ਆਲਰੇਡੀ ਮੌਜੂਦ ਨੇ। ਪ੍ਰਮਾਤਮਾ ਕਰੇ ਰੁਤਬੇ ਹੋਰ ਵਧਣ। ਨੰਬਰ 13 ਮੇਨ ਰੋਡ ਮਾਊਂਟ ਰੋਸਕਲ ਦੇ ਵਿੱਚ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਹੋ ਸਕਦੀ ਹੈ। ਉੱਥੇ ਤੁਹਾਨੂੰ ਲੈਚੀਆਂ ਵਾਲੀ ਚਾਹ ਵੀ ਬਣਾਉਣਗੇ। ਜੀ ਜ਼ਰੂਰ ਜ਼ਰੂਰ। ਤੇ ਵਿਦ ਦਿਸ ਨੋਟ ਥੈਂਕ ਯੂ ਆਲ ਐਂਡ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਨੂੰ ਯਾਨੀ ਕਿ ਮੈਂ ਇੰਨਾ ਟਾਈਮ ਤੁਹਾਡੇ ਨਾਲ ਸਾਂਝਾ ਕੀਤਾ ਹੈ। ਤੇ ਐਨੀਥਿੰਗ ਆਈ ਕੈਨ ਡੂ ਫॉर ਮਾਈ ਪੀਪਲ, ਕਿਸੇ ਵੀ ਤਰੀਕੇ ਸੇ ਮੇਰੀ ਸੇਵਾ ਮੈਂ ਤੁਹਾਨੂੰ ਦੇ ਪ੍ਰਦਾਨ ਕਰ ਸਕਣਾ ਤੇ ਤੁਸੀਂ ਪਲੀਜ਼ ਮੈਨੂੰ ਫੀਲ ਫਰੀ ਟੂ ਕੰਟੈਕਟ ਮੀ। ਜਿਸ ਤਰ੍ਹਾਂ ਪਰਮਿੰਦਰ ਭਾਜੀ ਨੇ ਤੁਹਾਨੂੰ ਆਲਰੇਡੀ ਕਿਹਾ ਹੈ, ਮੇਰੇ ਫੋਨ ਨੰਬਰਸ ਵਗੈਰਾ ਦਿੱਤੇ ਹੋਏ, ਮੇਰਾ ਈਮੇਲ ਦਿੱਤਾ ਹੈ ਤੇ ਆਈ ਐਮ ਅਵੇਲੇਬਲ 24/7। ਤੁਸੀਂ ਇਹ ਫਿਕਰ ਨਹੀਂ ਕਰਨਾ ਕਿ ਵੀ ਇਸ ਕਿਹੜੇ ਵੇਲੇ ਤੁਸੀਂ ਮੈਨੂੰ ਫੋਨ ਕੀਤਾ, ਯੂ ਕੈਨ ਪਿਕ ਅਪ ਅ ਫੋਨ ਐਂਡ ਕਾਲ ਮੀ ਵੈਨਐਵਰ ਯੂ ਵਾਂਟ। ਜੇ ਫੋਨ ਨਾ ਵੀ ਚੱਕ ਸਕੇ ਭਾਜੀ ਫੋਲੋ ਅਪ ਜ਼ਰੂਰ ਕਰਦੇ ਆ, ਇਸ ਗੱਲ ਦੀ ਗਾਰੰਟੀ ਮੈਂ ਦਿੰਦਾ। ਥੈਂਕ ਯੂ ਥੈਂਕ ਯੂ। ਬੜੀ ਮਿਹਰਬਾਨੀ ਜੀ ਸਾਰੇ ਹੀ ਸਰੋਤਿਆਂ ਦਾ ਸਾਥ ਦੇਣ ਦੇ ਲਈ ਤੇ ਜਿਨ੍ਹਾਂ ਨੇ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਕਸਲੈਂਟ, ਥੈਂਕ ਯੂ, ਸਤਿ ਸ਼੍ਰੀ ਅਕਾਲ ਭਾਜੀ। ਤੇ ਬਾਅਦ ਵਿੱਚ ਵੀ ਜਿਨ੍ਹਾਂ ਨੇ ਇਸ ਵੀਡੀਓ ਨੂੰ ਦੇਖਣਾ ਉਹਨਾਂ ਦੇ ਕੋਈ ਸਵਾਲਾਤ ਹੋਣ ਤੇ ਸਾਡੇ ਨਾਲ ਸਾਂਝੇ ਕਰ ਸਕਦੇ। ਬੜਾ ਸ਼ੁਕਰੀਆ ਤੁਹਾਡਾ ਸਹਿਯੋਗ ਦੇਣ ਦੇ। Subscribe now and press the bell icon. Never miss an update.